ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਤੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ, यानी प्रभु का जो हुक्म, रब की जो सिफत सलाह है, वो सारे सुखों का सार है। ते प्रभु परमात्मा के जो प्यारे ने वो इन्हां गुणां नूं अपने मन विच वसांदे हन, यानी दिली प्यार दे नाल वो रब्बी रजा के अंदर तुरदे ने। इस तरह वो अपने जीवन नूं सुखी और शांत बना लेंदे। तां अज असीं जो विचार आरंभ कर रहे हाँ, दूजी अष्टपदी दे 6वें बंद तो, हर का नाम जन को मुकत जुगत। जन का मतलब दास, मुकत का मतलब मुक्ति, जो विकारां दे बंधना तो छुटकारा है। ते जुगत का मतलब है वसीला, जीवन का ढंग। प्रभु दे प्यारियां वास्ते प्रभु का हुक्म ही माया दे बंधना तो छुटकारे का वसीला है। माया दे बंधना तो छुटकारे का वसीला ਜਾਂ जो जुगती है वो की है, हर का नाम यानी हरि का हुक्म, रब की रजा, रब का भाना, रब्बी गुणा नूं अपनी याद विच वसाना और प्रभु के हुक्म रजा के अंदर चलना ही मुक्ति पाने का इको एक वसीला है। तो जिहड़ा इंसान प्रभु के हुक्म विच चलदा है, उन्होंने मुक्ति की इंतजार मरण तो बाद वास्ते करन दी लोड़ नहीं, उन्होंने जिउंदियां मुक्ति मिलती है। ते जीवन मुकत पुरुष के कुछ लक्षण साहिब श्री गुरु तेग बहादुर जी महाराज ने दसे हैं कि मुकत कौन है, किन्ना दे हिरदे विच रब वसदा है। गुरु जी का पावन वचन है, जो नर दुख में दुख नहीं मानै, सुख सनेह अर भै नहीं जाकै, कंचन माटी मानै, नह निंदिया नह उस्तत जाकै, लोभ मोह अभिमाना, हरख सोग ते रह न्यारो, नाहि मान अपमाना, आसा मनसा सगल त्यागै, जागते रह निराशा, काम क्रोध जे परसै नाहिन, तेह कट ब्रह्म निवासा, गुर कृपा जे नरको कीनी, तेह ए जुगत पछानी, नानक लीन भयो गोबिंद स्यों, ज्यों पानी संपानी। ਉਹਦੀ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ। ਇਹਦਾ ਮਤਲਬ ਕਿ ਜੇ ਅਸੀਂ ਸੁਖੀ ਸ਼ਾਂਤ ਆਨੰਦਮਈ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਵਿਕਾਰਾਂ ਤੋਂ ਖਲਾਸੀ ਪਾਣੀ ਹੈ, ਤਾਂ ਸਾਨੂੰ ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ ਔਰ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਇੱਥੇ ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਨਾਮ ਰਾਹੀਂ, ਹੁਕਮ ਰਾਹੀਂ। ਤ੍ਰਿਪਤ ਭੁਗਤ, ਭੁਗਤ ਦਾ ਮਤਲਬ ਮਾਇਕ ਭੋਗ, ਤੇ ਤ੍ਰਿਪਤ ਦਾ ਮਤਲਬ ਤ੍ਰਿਪਤੀ, ਰਜੇਵਾਂ, ਤਸੱਲੀ। ਕਿਉਂਕਿ ਹਰੀ ਦੇ ਨਾਮ ਰਾਹੀਂ ਹੀ ਪ੍ਰਭੂ ਦੇ ਪਿਆਰਿਆਂ ਨੂੰ ਮਾਇਆ ਵੱਲੋਂ ਰੱਜ ਆਉਂਦਾ ਹੈ। ਯਾਨੀ ਪ੍ਰਭੂ ਦੇ ਨਾਮ ਰਾਹੀਂ, ਹੁਕਮ ਰਾਹੀਂ, ਗੁਣਾ ਰਾਹੀਂ ਮਾਇਆ ਦੇ ਭੋਗਾਂ ਵੱਲੋਂ ਰੱਜ ਹੋ ਜਾਂਦਾ, ਤ੍ਰਿਪਤੀ ਹੋ ਜਾਂਦੀ ਹੈ। ਕਹਿਣ ਤੋਂ ਭਾਵ ਕਿ ਜਿਸ ਦੀ ਜ਼ਿੰਦਗੀ ਅੰਦਰ ਪ੍ਰਭੂ ਦੇ ਗੁਣ ਨੇ, जो गुणा वाला जीवन व्यतीत करता है, उस इंसान ਨੂੰ ਫਿਰ ਔਗਣਾਂ ਦੀ ਜ਼ਰੂਰਤ ਨਹੀਂ ਪੈਂਦੀ। ਉਹ ਕਦੇ ਵੀ ਔਗਣਾਂ ਦੇ ਅੰਦਰ ਖਚਤ ਨਹੀਂ ਹੁੰਦਾ। ਜਿਸ ਦੀ ਜ਼ਿੰਦਗੀ ਵਿੱਚ ਸੰਤੋਖ ਆ ਜਾਏ, ਉਹਦੇ ਜੀਵਨ ਤੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ। ਜਿਸ ਦੇ ਜੀਵਨ ਅੰਦਰ ਪ੍ਰੇਮ ਆ ਜਾਏ, ਉਸ ਮਨੁੱਖ ਦੇ ਜੀਵਨ ਵਿੱਚ ਈਰਖਾ, ਕ੍ਰੋਧ ਵਗੈਰਾ ਨਹੀਂ ਰਹਿੰਦਾ। ਜਿਸ ਮਨੁੱਖ ਦੇ ਜੀਵਨ ਵਿੱਚ ਨਿਰਵੈਰਤਾ ਆ ਜਾਏ, ਉਹਦੇ ਜੀਵਨ ਦੇ ਅੰਦਰੋਂ ਵੈਰ ਭਾਵ ਖਤਮ ਹੋ ਜਾਂਦੇ ਹਨ। ਇਸ ਤਰ੍ਹਾਂ ਵਿਕਾਰਾਂ ਵੱਲੋਂ ਉਹ ਬੰਦਾ ਤ੍ਰਿਪਤ ਹੋ ਜਾਂਦਾ ਹੈ, ਭਾਵ ਕਿ ਉਹਦੇ ਅੰਦਰੋਂ ਵਿਕਾਰਾਂ ਦੀ ਜੋ ਤ੍ਰਿਸ਼ਨਾ ਹੈ ਉਹ ਖਤਮ ਹੋ ਜਾਂਦੀ ਹੈ ਔਰ ਪ੍ਰਭੂ ਦਾ ਜੋ ਹੁਕਮ ਹੈ ਉਹ ਹੀ ਉਹਦੇ ਵਾਸਤੇ ਭੋਜਨ ਬਣ ਜਾਂਦਾ ਹੈ। ਹਰ ਕਾ ਨਾਮ ਜਨ ਕਾ ਰੂਪ ਰੰਗ। रूप रंग का मतलब सुहप्पन। सुहप्पन जो है, आम बंदा अपने आप को सोहना और सुंदर वेखना चाहता है। मेरा रूप चंगा होवे, मेरा रंग चंगा होवे, मेरे अंदर सुहप्पन होवे, सुंदरता होवे।
ਔਰ ਹਰ ਇਨਸਾਨ ਆਪਣੇ ਆਪ ਨੂੰ ਕਿੰਨਾ ਸਵਾਰਨ ਦਾ ਯਤਨ ਕਰਦਾ ਹੈ, ਕਿੰਨਾ ਮੇਕਅਪ ਦਾ ਸਮਾਨ ਬਾਜ਼ਾਰਾਂ ਦੇ ਵਿੱਚ ਵਿਕਦਾ ਹੈ, ਚਾਹੇ ਉਹ ਇਸਤਰੀਆਂ ਦਾ ਮੇਕਅਪ ਦਾ ਸਮਾਨ ਹੈ ਜਾਂ ਪੁਰਸ਼ਾਂ ਦਾ ਹੈ। ਹਰ ਇਨਸਾਨ ਆਪਣੇ ਆਪ ਨੂੰ ਸੋਹਣਾ ਬਣਾਉਣਾ ਚਾਹੁੰਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਵਾਸਤੇ ਪ੍ਰਭੂ ਦਾ ਹੁਕਮ, ਰੱਬ ਦੇ ਗੁਣ ਹੀ ਸੁਹੱਪਣ ਨੇ। ਯਾਨੀ ਉਹ ਰੱਬੀ ਰਜ਼ਾ ਦੇ ਅੰਦਰ ਜੋ ਤੁਰਦੇ ਨੇ, ਰੱਬੀ ਗੁਣਾਂ ਦੇ ਜੋ ਧਾਰਨੀ ਹੁੰਦੇ ਨੇ, ਉਹੀ ਉਹਨਾਂ ਦੀ ਸੁੰਦਰਤਾ ਹੈ। ਇਸ ਲਈ ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠ ਹੈ ਰੰਗ ਰੀ। ਕਿ हे ਮੇਰੀ ਜਿੰਦੇ, ਆਪਣੇ ਮਨ ਨੂੰ, ਆਪਣੀ ਸੋਚ ਨੂੰ ਪ੍ਰਭੂ ਦੇ ਗੁਣਾਂ ਦੇ ਪਿਆਰ ਦੇ ਨਾਲ ਰੰਗ, ਇਹੀ ਸੁੰਦਰਤਾ ਹੈ। ਉਹੀ ਸੋਹਣੇ ਨੇ, ਉਹੀ ਸੁੰਦਰ ਨੇ ਜੋ ਗੁਰੂ ਦੀ ਹਜ਼ੂਰੀ ਵਿੱਚ ਆ ਬਹਿੰਦੇ ਨੇ, ਬਾਣੀ ਅਨੁਸਾਰ ਜ਼ਿੰਦਗੀ ਜੀਂਦੇ ਨੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਤਾਂ ਇਸ ਤਰ੍ਹਾਂ ਉਹਨਾਂ ਨੂੰ ਸਰੀਰ ਦੀ ਸਜਾਵਟ ਵਾਸਤੇ ਹੋਰ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ। ਉਹਨਾਂ ਵਾਸਤੇ ਇਹੀ ਸੁਹੱਪਣ ਹੈ, ਇਹੀ ਉਹਨਾਂ ਦੀ ਸੁੰਦਰਤਾ ਹੈ, ਜੋ ਉਹਨਾਂ ਦੀ ਸੋਚ ਸੁੰਦਰ ਹੈ। ਤਾਂ ਜੇ ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੋਵੇ, ਤਾਂ ਸਾਨੂੰ ਮਾਨਸਿਕ ਸੁੰਦਰਤਾ, ਬੋਲਾਂ ਦੀ ਸੁੰਦਰਤਾ, ਵਿਹਾਰ ਦੀ ਸੁੰਦਰਤਾ, ਆਪਣੀ ਜ਼ਿੰਦਗੀ ਦੇ ਅੰਦਰ ਰੱਬੀ ਗੁਣਾਂ ਰਾਹੀਂ ਪੈਦਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਹਰ ਨਾਮ ਜਪਤ ਕਬ ਪਰੈ ਨਾ ਭੰਗ। ਜਪਤ ਦਾ ਮਤਲਬ ਜਾਨਣਾ, ਜੀਣਾ, ਉਸ ਹੁਕਮ ਰਾਹੀਂ ਜ਼ਿੰਦਗੀ ਬਿਤਾਣੀ। ਭੰਗ ਦਾ ਮਤਲਬ ਵਿਘਨ। ਪ੍ਰਭੂ ਦਾ ਨਾਮ ਜੇਕਰ ਅਪਣਾਇਆ ਜਾਏ, ਰੱਬੀ ਰਜ਼ਾ ਵਿੱਚ ਤੁਰਿਆ ਜਾਏ, ਰੱਬ ਦੀ ਸਿਫਤ ਸਲਾਹ ਕੀਤੀ ਜਾਏ, ਤਾਂ ਫਿਰ ਜੀਵਨ ਰਾਸਤੇ ਦੇ ਅੰਦਰ, ਆਤਮਿਕ ਜੀਵਨ ਦੇ ਅੰਦਰ ਕੋਈ ਅਟਕਾ ਨਹੀਂ ਪੈਂਦਾ, ਕੋਈ ਰੁਕਾਵਟ, ਕੋਈ ਵਿਘਨ ਨਹੀਂ ਪੈਂਦਾ। ਕੋਈ ਵੀ ਰੁਕਾਵਟ ਉਹਨੂੰ ਰੋਕ ਨਹੀਂ ਸਕਦੀ। ਬਿਨਾਂ ਸ਼ੱਕ ਤੋਂ ਜੀਵਨ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ, ਔਰ ਜੋ ਵੀ ਕਾਮਯਾਬ ਲੋਕ ਨੇ ਉਹ ਜ਼ਿੰਦਗੀ ਦੇ ਅੰਦਰ ਰੁਕਾਵਟਾਂ ਨੂੰ ਪਾਰ ਕਰਕੇ ਹੀ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ। ਹਰ ਇੱਕ ਦੇ ਜੀਵਨ ਵਿੱਚ ਰੁਕਾਵਟ ਆਉਂਦੀ ਹੈ। ਜੇ ਜੀਵਨ ਬਿਲਕੁਲ ਸਾਫ਼ ਸੁਥਰਾ, ਰਾਸਤਾ ਬਿਲਕੁਲ ਸਾਫ਼ ਹੋਵੇ, ਤਾਂ ਉਹਦੇ ਤੇ ਤਾਂ ਕੋਈ ਵੀ ਤੁਰਿਆ ਜਾਏਗਾ। ਲੇਕਿਨ ਜੇ ਰਾਸਤੇ ਵਿੱਚ ਕਿਤੇ ਕੋਈ ਨਦੀ ਨਾਲਾ ਦਰਿਆ ਹੈ, ਕੋਈ ਪਹਾੜ ਹੈ, ਕੋਈ ਉੱਚਾ ਟਿੱਬਾ ਹੈ, ਉਹਦੇ ਉੱਤੇ ਚੜ੍ਹਨਾ ਔਖਾ ਹੁੰਦਾ ਹੈ। ਲੇਕਿਨ ਜੋ ਹਿੰਮਤੀ ਲੋਕ ਨੇ, ਜਿਨ੍ਹਾਂ ਦੇ ਅੰਦਰ ਵਿਲ ਪਾਵਰ ਹੈ, ਜਿਨ੍ਹਾਂ ਨੇ ਆਪਣਾ ਉੱਚਾ ਨਿਸ਼ਾਨਾ ਮਿਥਿਆ ਹੁੰਦਾ ਹੈ, ਉਹ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਜਾਂਦੇ ਨੇ। ਕੋਈ ਰੁਕਾਵਟ ਉਹਨਾਂ ਨੂੰ ਅਟਕਾਉਂਦੀ ਨਹੀਂ ਹੈ। ਦੇਖਦੇ ਹਾਂ ਹੁਣ ਜਿੰਨੇ ਵੀ ਸਾਡੇ ਸ਼ਹੀਦ ਸਿੰਘ ਨੇ, ਉਹਨਾਂ ਦੇ ਜੀਵਨ ਵਿੱਚ ਕਿੱਡੇ ਵੱਡੇ ਵੱਡੇ ਵਿਘਨ ਆਏ ਨਾ, ਕਿ ਜੇ ਸਿੱਖੀ ਦੇ ਰਾਹ ਤੇ ਤੁਸੀਂ ਤੁਰੋਗੇ ਤੇ ਆਰੇ ਨਾਲ ਚੀਰ ਦਿਆਂਗੇ, ਦੇਗ ਵਿੱਚ ਉਬਾਲ ਦਿਆਂਗੇ। ਹੁਣ ਇਸ ਤੋਂ ਵੱਡਾ ਵਿਘਨ ਕੀ ਹੋ ਸਕਦਾ ਹੈ? ਪਰ ਇਹ ਵਿਘਨ ਉਹਨਾਂ ਨੂੰ ਅਟਕਾ ਨਹੀਂ ਸਕਿਆ। ਇਸੇ ਤਰ੍ਹਾਂ ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਜਿਨ੍ਹਾਂ ਨੇ ਰੱਬੀ ਰਜ਼ਾ ਨੂੰ ਆਪਣੀ ਜ਼ਿੰਦਗੀ ਦਾ ਗੋਲ ਬਣਾਇਆ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦੇ ਆਤਮਿਕ ਜੀਵਨ ਦੇ ਅੰਦਰ ਕੋਈ ਰੁਕਾਵਟ ਨਹੀਂ ਪੈਂਦੀ। ਉਹ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਜਾਂਦੇ। ਹਰ ਕਾ ਨਾਮ ਜਨ ਕੀ ਵਡਿਆਈ। ਵਡਿਆਈ ਦਾ ਮਤਲਬ ਇੱਜ਼ਤ, ਆਬਰੂ। ਹੁਣ ਇਸ ਦੁਨੀਆ ਵਿੱਚ ਵੇਖਦੇ ਹਾਂ, ਕਿਸੇ ਨੂੰ ਪੈਸੇ ਕਰਕੇ ਇੱਜ਼ਤ ਮਿਲਦੀ ਹੈ, ਕਿਸੇ ਨੂੰ ਪਦ ਪਦਵੀ ਕਰਕੇ ਇੱਜ਼ਤ ਮਿਲਦੀ ਹੈ, ਔਰ ਮਿਲਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਕਈ ਵਾਰ ਅਸੀਂ ਦੇਖਦੇ ਹਾਂ ਕੋਈ ਬਹੁਤ ਵੱਡੀ ਪਦਵੀ ਤੇ ਬੰਦਾ ਹੈ, ਜਿਸ ਦੇ ਕੋਲ ਧਨ ਦੌਲਤ ਵੀ ਬਹੁਤ ਹੈ, ਪਰਿਵਾਰ ਵੀ ਉਹਦਾ ਬਹੁਤ ਵੱਡਾ ਹੈ, ਇੱਜ਼ਤ ਮਾਨ ਬਣਿਆ ਹੋਇਆ ਹੈ। ਪਰ ਕਈ ਵਾਰ ਉਸ ਬੰਦੇ ਤੋਂ ਐਸਾ ਕੋਈ ਗਲਤ ਕੰਮ ਹੋ ਜਾਂਦਾ ਹੈ ਕਿ ਨਾ ਪੈਸਾ, ਨਾ ਪਰਿਵਾਰ, ਔਰ ਨਾ ਹੀ ਉਹਦੀ ਪਦਵੀ ਹੀ ਇੱਜ਼ਤ ਬਚਾ ਸਕਦੀ ਹੈ, ਕਿਉਂਕਿ ਇੱਜ਼ਤ ਤਾਂ ਸ਼ੁਭ ਗੁਣਾ ਕਰਕੇ ਮਿਲਣੀ ਹੈ ਨਾ। ਇਸ ਲਈ ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਵਾਸਤੇ ਰੱਬ ਦਾ ਹੁਕਮ, ਪ੍ਰਭੂ ਦੀ ਸਿਫਤ ਸਲਾਹ ਹੀ ਇੱਜ਼ਤ ਆਬਰੂ ਹੈ। ਉਹ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਰੱਬੀ ਗੁਣਾਂ ਦੇ ਉਤਾਰਨੀ ਨੇ। ਤੇ ਉਹ ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਉਹਨਾਂ ਦੀ ਇੱਜ਼ਤ ਹੈ, ਉਹਨਾਂ ਦੀ ਆਬਰੂ ਹੈ। ਉਹਨਾਂ ਨੂੰ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ ਰੱਬੀ ਗੁਣਾਂ ਕਰਕੇ, ਰੱਬ ਦੀ ਰਜ਼ਾ ਵਿੱਚ ਤੁਰਨ ਦੇ ਨਾਲ। ਔਰ ਇਸ ਇੱਜ਼ਤ ਮਾਨ ਦੇ ਨਾਲ ਫਿਰ ਖੁਸ਼ੀ ਮਿਲਦੀ ਹੈ, ਸੁੱਖ ਮਿਲਦਾ ਹੈ।
ਤਾਂ ਜੇ ਕੋਈ ਵੀ ਇਨਸਾਨ ਇਸ ਦੁਨੀਆ ਵਿੱਚ ਮਾਣ ਆਦਰ ਸਤਿਕਾਰ ਚਾਹੁੰਦਾ ਹੈ ਤਾਂ ਉਹਨੂੰ ਪ੍ਰਭੂ ਦੀ ਰਜ਼ਾ ਪਾਣੇ ਵਿੱਚ ਤੁਰਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਿੱਤਾ ਹੋਇਆ ਵੇ ਆਫ ਲਾਈਫ ਉਸ ਨੂੰ ਅਪਣਾਉਣਾ ਚਾਹੀਦਾ ਹੈ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਅਸਲ ਵਿੱਚ ਉਹੀ ਧਨਵੰਤ ਕੁਲਵੰਤ ਔਰ ਪਤਵੰਤ ਹੁੰਦੇ ਨੇ ਜਿਨ੍ਹਾਂ ਦੀ ਸੋਚ ਦੇ ਅੰਦਰ ਪ੍ਰਭੂ ਦੇ ਗੁਣ ਵਸ ਜਾਂਦੇ ਨੇ। ਹਰ ਕੈ ਨਾਮ ਜਨ ਸ਼ੋਭਾ ਪਾਈ, ਪ੍ਰਭੂ ਦੇ ਹੁਕਮ ਰਾਹੀਂ, ਗੁਣਾ ਰਾਹੀਂ, ਸਿਫਤ ਸਲਾਹ ਰਾਹੀਂ ਪ੍ਰਭੂ ਪਿਆਰਿਆਂ ਨੇ ਜਗਤ ਵਿੱਚ ਨਾਮਣਾ ਪਾਇਆ ਹੈ, ਸ਼ੋਭਾ ਪਾਈ ਹੈ, ਇੱਜ਼ਤ ਪਾਈ ਹੈ। ਤੁਸੀਂ ਰੱਬੀ ਭਗਤਾਂ ਵੱਲ ਇੱਕ ਹੱਥ ਮਾਰ ਕੇ ਵੇਖ ਲਓ, ਜੋ ਰੱਬ ਦੇ ਪਿਆਰੇ ਨੇ, ਜਿਹੜੇ ਵੀ ਗੁਰਬਾਣੀ ਅਨੁਸਾਰ ਜ਼ਿੰਦਗੀ ਜਿਨ੍ਹਾਂ ਨੇ ਜੀਵੀ ਹੈ, ਉਹਨਾਂ ਦੇ ਜੀਵਨ ਵੱਲ ਇੱਕ ਝਾਤ ਮਾਰ ਕੇ ਵੇਖ ਲਓ ਕਿ ਉਹ ਰੱਬੀ ਰਜ਼ਾ ਵਿੱਚ ਤੁਰੇ ਨੇ। ਗੁਰਬਾਣੀ ਅਨੁਸਾਰ ਉਹਨਾਂ ਨੇ ਜ਼ਿੰਦਗੀ ਜੀਵੀ ਹੈ, ਉਹਨਾਂ ਨੇ ਮਾਣ ਪਾਇਆ ਹੈ, ਅੱਜ ਵੀ ਮਾਣ ਪਾ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਮਾਣ ਪਾਉਂਦੇ ਰਹੇ ਨੇ। 35 ਮਹਾਂਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀਕਾਰ ਨੇ, ਉਹਨਾਂ ਨੇ ਮਹਾਨਤਾ ਪ੍ਰਾਪਤ ਕੀਤੀ ਹੈ ਰੱਬੀ ਰਜ਼ਾ ਦੇ ਅੰਦਰ ਤੁਰਨ ਕਰਕੇ। ਭਗਤ ਰਵਿਦਾਸ ਜੀ, ਬਾਬਾ ਫਰੀਦ ਜੀ ਜਾਂ ਹੋਰ ਭਗਤ ਜਨ ਨੇ ਮਾਣ ਹੈ ਨਾ, ਜਦੋਂ ਤੱਕ ਦੁਨੀਆ ਰਹੇਗੀ ਉਹਨਾਂ ਦੀ ਰੱਬ ਜੀ ਨਾਲ ਮਾਣ ਆਦਰ ਸਤਿਕਾਰ ਮਿਲੇਗਾ, ਜਦੋਂ ਤੱਕ ਇਸ ਦੁਨੀਆ ਵਿੱਚ ਇੱਕ ਵੀ ਪੁਰਸ਼ ਰਹੇਗਾ। ਤਾਂ ਰੱਬੀ ਰਜ਼ਾ ਦੇ ਅੰਦਰ ਤੁਰ ਕੇ ਉਹਨਾਂ ਨੇ ਸ਼ੋਭਾ ਪਾਈ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ। ਹਰ ਕਾ ਨਾਮ ਜਨ ਕੋ ਭੋਗ ਜੋਗ, ਜੋਗ ਦਾ ਮਤਲਬ ਹੈ ਜੁੜਨਾ। ਜਿਵੇਂ ਜੋਗੀ ਲੋਕ ਨੇ ਸੰਸਾਰ ਦਾ ਤਿਆਗ ਕਰ ਜਾਂਦੇ ਨੇ, ਯੋਗ ਸਾਧਨਾਵਾਂ ਕਰਦੇ ਨੇ, ਤੇ ਭੋਗ ਦਾ ਮਤਲਬ ਹੈ ਜੋ ਗ੍ਰਸਤ ਦੇ ਆਨੰਦ ਨੇ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੋ ਵੀ ਛਕਣ ਛਕਾਣ ਦੇ ਜਾਂ ਸੁਖ ਆਦਿਕ ਨੇ, ਇਹਨਾਂ ਨੂੰ ਕਿਹਾ ਹੈ ਭੋਗ। ਤੇ ਜੋਗ ਦਾ ਮਤਲਬ ਸੰਸਾਰ ਦਾ ਤਿਆਗ ਔਰ ਯੋਗ ਸਾਧਨਾਵਾਂ ਵਗੈਰਾ ਕਰਨੀਆਂ। ਹੁਣ ਦੋ ਤਰ੍ਹਾਂ ਦੇ ਲੋਕ ਨੇ, ਇੱਕ ਤੇ ਉਹ ਨੇ ਜਿਨ੍ਹਾਂ ਨੇ ਸੰਸਾਰ ਨੂੰ ਔਰ ਗ੍ਰਸਤ ਨੂੰ ਬਿਲਕੁਲ ਹੀ ਛੱਡ ਦਿੱਤਾ, ਉਹ ਇਹਨੂੰ ਛੱਡ ਕੇ ਹੀ ਚਲੇ ਗਏ। ਦੂਜੇ ਲੋਕ ਉਹ ਨੇ ਜਿਨ੍ਹਾਂ ਨੇ ਸੰਸਾਰ ਔਰ ਗ੍ਰਸਤ ਅਪਣਾਇਆ ਜ਼ਰੂਰ, ਲੇਕਿਨ ਪਾਪਾਂ ਦੇ ਅੰਦਰ ਸਿਰ ਦੇ ਉੱਤੇ ਪਾਪਾਂ ਔਰ ਵਿਕਾਰਾਂ ਦੀਆਂ ਪੰਡਾਂ ਚੁੱਕੇ, ਉਹ ਵੀ ਦੁਖੀ ਨੇ ਕਿਉਂਕਿ ਉਹਨਾਂ ਨੇ ਸੋਚ ਨਹੀਂ ਬਦਲੀ। ਉਹਨਾਂ ਨੂੰ ਫਿਰ ਖਾਣ ਪੀਣ ਦੇ ਪਦਾਰਥ ਪ੍ਰਾਪਤ ਕਰਨ ਵਾਸਤੇ ਗ੍ਰਸਤੀਆਂ ਦੇ ਦਰ ਤੇ ਮੰਗਣ ਵਾਸਤੇ ਆਉਣਾ ਪੈਂਦਾ ਹੈ। ਉਹਨਾਂ ਦਾ ਜੀਵਨ ਸੁਖੀ ਨਹੀਂ ਹੈ, ਸਰਦੀ ਗਰਮੀ ਕਿਵੇਂ ਉਹਨਾਂ ਨੂੰ ਸਤਾਉਂਦੀ ਹੈ, ਔਰ ਆਪਣੇ ਤੋਂ ਭਗੌੜੇ ਨੇ, ਔਰ ਫਿਰ ਲੋਕਾਂ ਦੇ ਦਰ ਤੇ ਮੰਗਦੇ ਫਿਰਦੇ ਨੇ, ਉਹ ਦੁਖੀ ਨੇ। ਦੂਜੇ ਲੋਕ ਉਹ ਨੇ ਜੋ ਸੰਸਾਰ ਵਿੱਚ ਜ਼ਿੰਦਗੀ ਤੇ ਜੀ ਰਹੇ ਨੇ, ਉਹਨਾਂ ਕੋਲ ਪਦਾਰਥ ਬਹੁਤ ਨੇ, ਧਨ ਦੌਲਤ ਹੈ, ਘਰ-ਬਾਰ ਹੈ, ਲੇਕਿਨ ਉਹ ਸਾਰਾ ਕੁਝ ਪਾਪਾਂ ਦੇ ਨਾਲ ਇਕੱਠਾ ਕੀਤਾ ਹੈ, ਪਾਪ ਕਰਮ ਕਮਾਏ ਨੇ, ਈਰਖਾ ਦਵੇਸ਼ ਵਾਲੀ ਜ਼ਿੰਦਗੀ ਜੀ ਰਹੇ ਨੇ, ਉਹ ਵੀ ਦੁਖੀ ਨੇ। ਤੀਜੇ ਕਿਸਮ ਦੇ ਉਹ ਲੋਕ ਨੇ ਜੋ ਸੰਸਾਰ ਵਿੱਚ ਰਹਿੰਦੇ ਨੇ, ਗ੍ਰਸਤੀ ਜ਼ਿੰਦਗੀ ਜੀ ਰਹੇ ਨੇ, ਆਪਣੇ ਮਿਲਦੇ ਵਰਤਦੇ ਨੇ, ਜੌਬ ਕਰਦੇ ਨੇ, ਵਪਾਰ ਕਰਦੇ ਨੇ, ਖੇਤੀ ਕਰਦੇ ਨੇ, ਲੇਕਿਨ ਪਾਪ ਨਹੀਂ ਕਰਦੇ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀ ਰਹੇ ਨੇ, ਰੱਬੀ ਰਜ਼ਾ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਨੇ, ਉਹ ਲੋਕ ਸਫਲ ਨੇ। ਤਾਂ ਗੁਰੂ ਜੀ ਕਹਿੰਦੇ ਨੇ ਹਰ ਕਾ ਨਾਮ, ਹਰ ਕਾ ਨਾਮ ਦਾ ਮਤਲਬ ਰੱਬ ਦਾ ਹੁਕਮ, ਕੁਦਰਤ ਦੇ ਜੋ ਨਿਯਮ ਨੇ, ਲਾ ਆਫ ਨੇਚਰ ਹੈ, ਰੱਬ ਦੀ ਜੋ ਰਜ਼ਾ ਹੈ, ਰੱਬ ਦੀ ਜੋ ਸਿਫਤ ਸਲਾਹ ਹੈ, ਜਨ ਕੋ ਭੋਗ ਜੋਗ, ਇਹ ਉਹਨਾਂ ਵਾਸਤੇ ਗ੍ਰਸਤੀ ਦਾ ਮਾਇਆ ਦਾ ਭੋਗ ਹੈ ਔਰ ਇਹ ਉਹਨਾਂ ਵਾਸਤੇ ਜੋਗ ਹੈ। ਯਾਨੀ ਨਾ ਉਹ ਸੰਸਾਰ ਨੂੰ ਛੱਡ ਕੇ ਭੱਜੇ ਨੇ, ਨਾ ਉਹ ਸੰਸਾਰ ਦੇ ਅੰਦਰ ਖਚਤ ਹੋਏ ਨੇ, ਸਗੋਂ ਸੰਸਾਰ ਦੇ ਅੰਦਰ ਰਹਿੰਦਿਆਂ ਕਮਲ ਦੇ ਫੁੱਲ ਦੀ ਤਰ੍ਹਾਂ ਅਲੇਪ ਨੇ, ਅਵਗੁਣਾ ਤੋਂ ਰਹਿਤ, ਸੱਚ ਨੂੰ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਜੀ ਰਹੇ ਨੇ। ਇਹੀ ਯੋਗ ਭੋਗ ਹੈ। ਅਗਲਾ ਬਚਨ ਕਰਦੇ ਨੇ, ਹਰ ਨਾਮ ਜਪਤ ਕਛ ਨਾਹੇ ਵਿਯੋਗ। ਵਿਯੋਗ ਦਾ ਮਤਲਬ ਹੁੰਦਾ ਵਿਛੋੜਾ, ਕਲੇਸ਼, ਦੁੱਖ, ਵਿਛੋੜੇ ਦੀ ਉਦਾਸੀ। ਤਾਂ ਗੁਰੂ ਜੀ ਕਹਿੰਦੇ ਨੇ ਹਰ ਨਾਮ ਜਪਤ, ਜਪਤ ਦਾ ਮਤਲਬ ਜਾਣਨਾ, ਸਮਝਣਾ ਔਰ ਹੁਕਮ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਣੀ। ਜੋ ਪ੍ਰਭੂ ਦੇ ਪਿਆਰੇ ਨੇ ਉਹ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਰੱਬੀ ਰਜ਼ਾ ਵਿੱਚ ਤੁਰਦੇ ਨੇ।
ਇਸ ਲਈ ਕਛ ਨਾਹੀਂ ਵਿਯੋਗ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਕਲੇਸ਼ ਨਹੀਂ ਹੈ, ਉਹਨਾਂ ਦੇ ਜੀਵਨ ਦੇ ਅੰਦਰ ਕੋਈ ਦੁੱਖ ਨਹੀਂ ਹੈ, ਉਹ ਦੁੱਖਾਂ ਤੋਂ ਬਿਲਕੁਲ ਰਹਿਤ ਨੇ, ਉਹ ਸੁਖੀ ਨੇ, ਉਹ ਸ਼ਾਂਤ ਨੇ, ਕਿਉਂਕਿ ਉਹਨਾਂ ਨੂੰ ਸਮਝ ਹੈ ਕਿ ਇਹ ਸੰਸਾਰ ਦਾ ਨਿਯਮ ਹੈ, ਇਸ ਨਿਯਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਉਹਨਾਂ ਨੂੰ ਇਹ ਸਮਝ ਪੈ ਗਈ ਹੈ ਕਿ ਦੁੱਖ दारू ਸੁਖ ਰੋਗ ਪਿਆ, ਕਿ ਖੁਸ਼ੀਆਂ ਦਾ ਜੋ दारू ਹੈ ਨਾ, ਖੁਸ਼ੀਆਂ ਦਾ दारू ਉਹ ਦੁੱਖ ਹੈ। ਦੁੱਖ ਦੇ ਵਿੱਚੋਂ ਖੁਸ਼ੀਆਂ ਉਪਜਦੀਆਂ ਨੇ, ਦੁੱਖ ਤੋਂ ਬਿਨਾਂ ਖੁਸ਼ੀ ਨਹੀਂ ਉਪਜਦੀ। ਹੁਣ ਦੁੱਖ ਦਾ ਮਤਲਬ ਮਿਹਨਤ ਹੈ। ਹੁਣ ਆਮ ਬੰਦਾ ਮਿਹਨਤ ਕਰਦਿਆਂ ਦੁਖੀ ਹੁੰਦਾ ਨਾ। ਜੇ ਅਸੀਂ ਵੇਖੀਏ ਜਿਹੜੇ ਅੱਜ ਲੋਕ ਕਿਸੇ ਚੰਗੇ ਰੁਤਬੇ ਦੇ ਉੱਤੇ ਸਰਵਿਸ ਕਰ ਰਹੇ ਨੇ, ਤਾਂ ਉਹਨਾਂ ਨੇ ਉਹ ਸਰਵਿਸ ਐਵੇਂ ਨਹੀਂ ਲਈ, ਉਹ ਇੰਜੀਨੀਅਰ, ਡਾਕਟਰ ਆਦਿ ਐਵੇਂ ਨਹੀਂ ਬਣੇ, ਅਧਿਆਪਕ ਐਵੇਂ ਨਹੀਂ ਬਣ ਗਏ। ਉਹਨਾਂ ਨੇ ਦੁੱਖ ਭੋਗਿਆ ਹੈ, 15 16 20 ਸਾਲ ਉਹਨਾਂ ਨੇ ਪੜ੍ਹਾਈ ਕੀਤੀ ਹੈ, ਤੇ ਉਹਦੇ ਵਿੱਚੋਂ ਉਹ ਸੁੱਖ ਉਪਜਿਆ ਹੈ। ਦੁੱਖ दारू ਉਹਨਾਂ ਵਾਸਤੇ, ਉਹ ਜਿਹੜੀ ਮਿਹਨਤ ਹੈ ਨਾ, ਉਹ दारू ਬਣੀ। ਤੇ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ, ਸੁੱਖ ਰੋਗ ਪਿਆ, ਉਹਨਾਂ ਦਾ ਉਹ ਸੁੱਖ ਜਿਹੜੇ ਸੁੱਤੇ ਰਹੇ ਉਹਨਾਂ ਵਾਸਤੇ ਰੋਗ ਬਣ ਗਿਆ। ਇੱਕ ਬੰਦਾ ਹਿਮਾਲੇ ਦੀ ਚੋਟੀ ਤੇ ਚੜ ਰਿਹਾ ਨਾ, ਉਹਨੇ ਮਿਹਨਤ ਕੀਤੀ ਹੈ ਨਾ, ਕਿੰਨਾ ਦੁੱਖ ਹੋ ਗਿਆ, ਉਹ ਦੁੱਖ ਹੀ ਉਹਦੇ ਵਾਸਤੇ ਸੁੱਖ ਹੈ, ਕਿਉਂਕਿ ਇੰਨੀ ਮਿਹਨਤ ਕਰਨ ਤੋਂ ਬਿਨਾਂ ਉਸ ਚੋਟੀ ਤੇ ਪਹੁੰਚ ਕੇ ਜਿਹੜਾ ਹੈ ਇਨਾਮ ਨਹੀਂ ਲਿਆ ਜਾ ਸਕਦਾ। ਇੱਕ ਬੰਦਾ ਮੰਨ ਲਓ ਰੇਸ ਦੇ ਅੰਦਰ ਉਹ ਫਸਟ ਆ ਰਿਹਾ ਹੈ, ਗੋਲਡ ਮੈਡਲਿਸਟ ਬਣਿਆ ਹੈ, ਵਰਲਡ ਚੈਂਪੀਅਨ ਬਣਿਆ ਹੈ, ਤਾਂ ਉਹ ਐਵੇਂ ਥੋੜਾ ਬਣ ਗਿਆ। ਜਿਹੜੀ 8 ਮਿੰਟ ਦੀ ਰੇਸ ਹੈ ਨਾ, ਉਹ 8 ਮਿੰਟ ਦੀ ਰੇਸ ਦੇ ਅੰਦਰ ਜਿਹੜੇ ਨੌਜਵਾਨ ਬੱਚੀਆਂ ਬੱਚੇ ਗੋਲਡ ਮੈਡਲ ਜਿੱਤਦੇ ਨੇ, ਉਹਨਾਂ ਨੂੰ 8-8 ਘੰਟੇ ਰੋਜ਼ ਦੌੜਨਾ ਪੈਂਦਾ। ਤੇ ਸਾਡੇ ਵਰਗੇ ਆਰਾਮ ਦੇ ਨਾਲ ਮੰਜੇ ਤੇ ਪਏ ਨੇ। ਸਾਡੇ ਵਾਸਤੇ ਸਾਡਾ ਜਿਹੜਾ ਸੁੱਖ ਹੈ ਰੋਗ ਬਣ ਗਿਆ, ਸਰੀਰ ਦਾ weight ਵੱਧ ਗਿਆ, ਰੋਗ ਪੈਦਾ ਹੋ ਗਏ। ਤੇ ਜਿਹੜੇ 8-8 ਘੰਟੇ ਰੋਜ਼ ਦੌੜ ਰਹੇ ਨੇ, ਉਹੀ 8 ਮਿੰਟ ਦੀ ਰੇਸ ਦੇ ਅੰਦਰ ਫਸਟ ਆਣਗੇ ਨਾ। ਇਸ ਲਈ ਉਹਨਾਂ ਨੂੰ ਸਮਝ ਪੈ ਜਾਂਦੀ ਹੈ, ਹਰ ਨਾਮ ਜਪਤ ਕਛ ਨਾਹੀਂ ਵਿਯੋਗ। ਫਿਰ ਉਹਨਾਂ ਨੂੰ ਰੱਬੀ ਹੁਕਮ ਦੇ ਅੰਦਰ ਤੁਰਦਿਆਂ ਕੋਈ ਵਿਯੋਗ, ਕੋਈ ਕਲੇਸ਼ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਸਿਸਟਮ ਦੀ ਸਮਝ ਆ ਗਈ ਹੈ ਕਿ ਸਿਸਟਮ ਦੇ ਅੰਦਰ ਚੱਲ ਕੇ ਹੀ ਕੁਝ ਪਾਇਆ ਜਾ ਸਕਦਾ ਹੈ। ਜਨ ਰਾਤਾ ਹਰ ਨਾਮ ਕੀ ਸੇਵਾ। ਰਾਤਾ ਦਾ ਮਤਲਬ ਰੰਗਿਆ ਹੋਇਆ, ਰੱਤਾ ਹੋਇਆ, ਭਿੱਜਿਆ ਹੋਇਆ, ਮਸਤ। ਹਰ ਨਾਮ ਕੀ ਸੇਵਾ, ਹਰ ਨਾਮ ਦਾ ਮਤਲਬ ਰੱਬ ਦੀ ਰਜ਼ਾ, ਸੇਵਾ ਦਾ ਮਤਲਬ ਉਹਦੇ ਅੰਦਰ ਜੀਵਨ ਗੁਜ਼ਾਰਨਾ, ਕੰਮ ਕਰਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪ੍ਰਭੂ ਦਾ ਪਿਆਰਾ ਹੈ, ਉਹ ਹਰੀ ਦੇ ਹੁਕਮ ਦੇ ਅੰਦਰ ਤੁਰ ਰਿਹਾ ਹੈ, ਮਸਤ ਹੈ, ਉਹਦੇ ਵਿੱਚ ਰੱਬ ਦੀ ਰਜ਼ਾ ਵਿੱਚ ਮਸਤ ਹੈ, ਉਹ ਰੱਬੀ ਗੁਣਾਂ ਦੇ ਵਿੱਚ ਮਸਤ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਇਹਨਾਂ ਗੁਣਾਂ ਵਿੱਚ ਮਸਤ ਹੈ। ਤੇ ਦੂਜੇ ਪਾਸੇ ਜੋ ਆਮ ਸੰਸਾਰੀ ਹੈ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਮਸਤ ਹੈ। ਤਾਂ ਇਹਨਾਂ ਵਿੱਚੋਂ ਸੇਵਾ, ਇਹਨਾਂ ਵਿੱਚੋਂ ਸੁੱਖ ਕਿਹਨੂੰ ਮਿਲੇਗਾ? ਇਹ ਤਾਂ ਅਸੀਂ ਆਪ ਅੰਦਾਜ਼ਾ ਲਗਾ ਸਕਦੇ ਹਾਂ। ਇੱਕ ਲੋਭ, ਮੋਹ, ਈਰਖਾ ਦੇ ਵਿੱਚ ਮਸਤ ਹੈ, ਸ਼ਰਾਬਾਂ ਪੀਣ ਵਿੱਚ ਮਸਤ ਹੈ, ਚੋਰੀਆਂ ਕਰਨ ਵਿੱਚ ਮਸਤ ਹੈ। ਤੇ ਦੂਜੇ ਪਾਸੇ ਇੱਕ ਬੰਦਾ ਦਸਾਂ ਨੌਵਾਂ ਦੀ ਕਿਰਤ ਕਰਦਾ ਹੈ, ਨਸ਼ਿਆਂ ਤੋਂ ਰਹਿਤ ਹੈ, ਉਹਦੇ ਅੰਦਰ ਸੱਚਾਈ ਹੈ, ਸੰਤੋਖ ਹੈ, ਉਹ ਇਹਨਾਂ ਚੀਜ਼ਾਂ ਵਿੱਚ ਮਸਤ ਹੈ। ਤਾਂ ਸੁੱਖ ਤਾਂ ਉਸੇ ਨੂੰ ਮਿਲੇਗਾ ਜੋ ਸਿਸਟਮ ਦੇ ਅੰਦਰ ਚੱਲ ਰਿਹਾ ਹੈ। ਇੱਕ ਬੰਦਾ ਸਿਸਟਮ ਨੂੰ ਤੋੜ ਰਿਹਾ ਹੈ, ਕੁਦਰਤ ਦੇ ਨਿਯਮਾਂ ਨੂੰ ਤੋੜ ਰਿਹਾ ਹੈ, ਤਾਂ ਉਹਨੂੰ ਸੁੱਖ ਨਹੀਂ ਮਿਲੇਗਾ। ਤਾਂ ਪ੍ਰਭੂ ਦਾ ਜੋ ਪਿਆਰਾ ਹੈ, ਰੱਬੀ ਰਜ਼ਾ ਦੇ ਅੰਦਰ ਜੀਵਨ ਜੀਣ ਦੇ ਅੰਦਰ ਹਮੇਸ਼ਾ ਮਸਤ ਰਹਿੰਦਾ ਹੈ। ਨਾਨਕ ਪੂਜੈ ਹਰ ਹਰ ਦੇਵਾ। ਦੇਵਾ ਦਾ ਮਤਲਬ ਪ੍ਰਕਾਸ਼ ਸਰੂਪ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪ੍ਰਭੂ ਦੇ ਪਿਆਰੇ ਨੇ, ਪੂਜੈ ਦਾ ਮਤਲਬ ਪੂਜਦਾ ਹੈ, ਦੇਵਾ ਦਾ ਮਤਲਬ ਦੇਵ ਸਰੂਪ ਪ੍ਰਭੂ ਨੂੰ, ਉਹ ਦੇਵ ਸਰੂਪ ਪ੍ਰਭੂ ਦੀ ਉਪਾਸਨਾ ਕਰਦਾ ਹੈ, ਪੂਜਦਾ ਹੈ, ਮਤਲਬ ਕਿ ਉਹਦੇ ਹੁਕਮ ਦੇ ਵਿੱਚ ਤੁਰਦਾ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਿਹੜਾ ਰੱਬ ਦਾ ਪਿਆਰਾ ਹੈ, ਉਹ ਪ੍ਰਕਾਸ਼ ਸਰੂਪ, ਗਿਆਨ ਸਰੂਪ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ, ਉਹਦੇ ਗੁਣਾਂ ਨੂੰ ਹਮੇਸ਼ਾ ਯਾਦ ਰੱਖਦਾ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਦੇਖੋ ਕਿੰਨਾ ਸੌਖਾ ਕੰਮ ਹੈ। ਜ਼ਿੰਦਗੀ ਗੁਜ਼ਾਰਨੀ ਅਸਾਂ ਗੁਜ਼ਾਰ ਰਹੇ ਹਾਂ, ਜ਼ਬਾਨ ਦੀ ਵਰਤੋਂ ਅਸਾਂ ਕਰਨੀ ਹੈ, ਕਰ ਰਹੇ ਹਾਂ, ਪਰ ਸਾਡੀ ਜ਼ਬਾਨ ਦੀ ਵਰਤੋਂ ਹੀ ਸਾਡੀ ਜ਼ਿੰਦਗੀ ਵਿੱਚ ਦੁੱਖ ਵੀ ਪੈਦਾ ਕਰੇਗੀ, ਸੁੱਖ ਵੀ।
ਹੱਥਾਂ ਨਾਲ ਅਸੀਂ ਕੰਮ ਕਰ ਰਹੇ ਹਾਂ, ਇਹਨਾਂ ਹੱਥਾਂ ਦੇ ਨਾਲ ਕੀਤੇ ਕੰਮ ਸਾਡੀ ਜ਼ਿੰਦਗੀ ਵਿੱਚ ਸੁੱਖ ਵੀ ਪੈਦਾ ਕਰਨਗੇ, ਦੁੱਖ ਵੀ ਪੈਦਾ ਕਰਨਗੇ। ਹੁਣ ਇਹ ਸਾਡੀ ਮਰਜ਼ੀ ਹੈ, ਸਾਡੀ ਆਪਣੀ ਚੁਆਇਸ ਹੈ ਕਿ ਅਸੀਂ ਸੁੱਖ ਪਾਣਾ ਚਾਹੁੰਦੇ ਹਾਂ ਕਿ ਦੁੱਖ ਪਾਣਾ ਚਾਹੁੰਦੇ ਹਾਂ। ਟਾਈਮ ਅਸੀਂ ਬਿਤਾਣਾ ਹੈ, 24 ਘੰਟੇ ਸਾਨੂੰ ਬਿਤਾਣੇ ਹੀ ਪੈਣੇ ਨੇ। ਕੰਮ ਸਾਨੂੰ ਕਰਨਾ ਹੀ ਪੈਣਾ ਹੈ, ਬਿਨਾਂ ਕੰਮ ਕਰਨ ਤੋਂ ਜ਼ਿੰਦਗੀ ਨਹੀਂ ਬਤੀਤ ਹੋਣੀ। ਭੈਣਾਂ ਭਰਾਵਾਂ ਨਾਲ ਸਾਨੂੰ ਬੋਲਣਾ ਚੱਲਣਾ ਪੈਣਾ ਹੈ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਪ੍ਰਭੂ ਪਰਮਾਤਮਾ ਦੇ ਪਿਆਰੇ ਨੇ ਨਾ, ਉਹ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਰੱਬੀ ਗੁਣਾਂ ਦੇ ਅੰਦਰ ਮਸਤ ਰਹਿੰਦੇ ਨੇ, ਔਰ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰਦੇ ਹਨ। ਹਰ ਹਰ ਜਨ ਕੈ ਮਾਲ ਖਜ਼ੀਨਾ। ਖਜ਼ੀਨਾ ਦਾ ਮਤਲਬ ਖਜ਼ਾਨਾ, ਜਨ ਕੈ ਦਾ ਮਤਲਬ ਰੱਬ ਦੇ ਪਿਆਰੇ ਵਾਸਤੇ। ਜੋ ਪ੍ਰਭੂ ਦੇ ਪਿਆਰੇ ਨੇ ਉਹਨਾਂ ਵਾਸਤੇ ਹਰ ਹਰ ਦਾ ਮਤਲਬ ਰੱਬ ਦੇ ਜੋ ਗੁਣ ਨੇ ਉਹ ਹੀ ਮਾਲ ਧਨ ਨੇ, ਉਹਨਾਂ ਨੇ ਭੰਡਾਰੇ ਭਰੇ ਨੇ। ਦੇਖੋ, ਦੋ ਤਰ੍ਹਾਂ ਦਾ ਮਾਲ ਧਨ ਹੈ। ਇੱਕ ਤੇ ਭੰਡਾਰੇ ਕਿਸੇ ਨੇ ਭਰੇ ਨੇ ਈਰਖਾ ਦਵੇਸ਼ ਵੈਰ ਵਿਰੋਧ ਦੇ ਆਪਣੀ ਮਾਨਸਿਕਤਾ ਦੇ ਅੰਦਰ, ਤੇ ਇੱਕ ਨੇ ਆਪਣੀ ਮਾਨਸਿਕਤਾ ਸੋਚ ਦੇ ਅੰਦਰ ਭੰਡਾਰੇ ਭਰੇ ਨੇ ਸਤ ਸੰਤੋਖ ਦੇ, ਪਿਆਰ ਦੇ, ਮੁਹੱਬਤ ਦੇ, ਇਨਸਾਨੀਅਤ ਦੇ। ਇਹਨਾਂ ਦੋ ਚੀਜ਼ਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵੀ ਜਾ ਰਹੀ ਹੈ। ਜੋ ਪੈਸਾ ਹੈ ਉਹ ਧਰਮੀ ਬੰਦੇ ਕੋਲ ਵੀ ਆ ਰਿਹਾ ਹੈ ਤੇ ਪੈਸਾ ਅਧਰਮੀ ਬੰਦੇ ਕੋਲ ਵੀ ਆ ਰਿਹਾ ਹੈ। ਜੇ ਮੈਂ ਦਿਹਾੜੀ ਲਾਵਾਂਗਾ ਤਾਂ ਪੈਸੇ ਮੈਨੂੰ ਮਿਲ ਜਾਣੇ ਨੇ। ਹੁਣ ਮੈਂ ਈਰਖਾ ਦਵੇਸ਼ ਕਰਾਂ ਜਾਂ ਮੈਂ ਸੱਚਾਈ ਨੂੰ ਅਪਣਾਵਾਂ, ਤਾਂ ਜੇ ਮੈਂ ਸੱਚਾਈ ਨੂੰ ਜ਼ਿੰਦਗੀ ਦਾ ਬੇਸ ਬਣਾਉਣਾ, ਪੈਸੇ ਤਾਂ ਫਿਰ ਵੀ ਆਣਗੇ, ਲੇਕਿਨ ਮੇਰੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਆਨੰਦ ਪ੍ਰਸੰਨਤਾ ਆਏਗੀ। ਤੇ ਜੇ ਮੈਂ ਈਰਖਾ ਦਵੇਸ਼ ਕਰਦਾ ਹਾਂ ਤੇ ਪੈਸੇ ਮੇਰੇ ਕੋਲ ਫਿਰ ਵੀ ਆਣੇ ਨੇ, ਕੰਮ ਕੀਤਿਆਂ ਦਿਹਾੜੀ ਤਾਂ ਮਿਲਣੀ ਹੈ, ਲੇਕਿਨ ਮੇਰਾ ਜੀਵਨ ਅਸ਼ਾਂਤ ਰਹੇਗਾ। ਸਿੰਪਲ ਗੱਲ ਹੈ। ਕੰਮ ਕਰਨ ਦੇ ਨਾਲ ਪੈਸੇ ਤਾਂ ਮਿਲਣੇ ਹੀ ਮਿਲਣੇ ਨੇ। ਰੋਟੀ ਹੁਣ ਤੁਸੀਂ ਬਣਾ ਰਹੇ ਹੋ, ਘਰ ਵਿੱਚ ਪਰੌਂਠੇ ਬਣਾ ਰਹੇ ਹੋ, ਪਰੌਂਠੇ ਤਾਂ ਬਣ ਜਾਣੇ ਨੇ। ਪਰੌਂਠੇ ਬਣਾਉਂਦੇ ਬਣਾਉਂਦੇ ਪਿਆਰ ਮੁਹੱਬਤ ਦੀ ਗੱਲ ਕਰ ਰਹੇ ਹੋ, ਪਿਆਰ ਨਾਲ ਬਣਾ ਰਹੇ ਹੋ, ਤਾਂ ਵੀ ਬਣ ਜਾਣੇ ਨੇ। ਤੇ ਜੇ ਰੋਂਦੇ ਕੁਰਲਾਉਂਦੇ ਬਣਾ ਰਹੇ ਹੋ ਤਾਂ ਵੀ ਬਣ ਜਾਣੇ ਨੇ। ਤਾਂ ਇਹਦਾ ਮਤਲਬ ਫਿਰ ਅਸੀਂ ਪਿਆਰ ਦੇ ਨਾਲ ਹੀ ਜ਼ਿੰਦਗੀ ਜੀਵੀਏ ਤਾਂ ਠੀਕ ਹੈ। ਗੁਰੂ ਜੀ ਕਹਿੰਦੇ ਨੇ, ਜੋ ਰੱਬ ਦੇ ਪਿਆਰੇ ਨੇ ਉਹਨਾਂ ਨੇ ਰੱਬੀ ਗੁਣਾਂ ਦਾ, ਮਾਲ ਧਨ ਦਾ ਖਜ਼ਾਨਾ ਭਰਿਆ ਹੁੰਦਾ ਹੈ। ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਇਹ ਨਾਮ ਰੂਪੀ ਜੋ ਧਨ ਹੈ ਨਾ ਗੁਣਾਂ ਦਾ, ਦਾਸਾਂ ਨੂੰ ਰੱਬ ਨੇ ਆਪ ਦਿੱਤਾ ਹੈ। ਰੱਬ ਨੇ ਆਪਣੇ ਪਿਆਰਿਆਂ ਨੂੰ, ਰਜਾ ਵਿੱਚ ਤੁਰਨ ਵਾਲਿਆਂ ਨੂੰ ਇਹ ਨਾਮ ਖਜ਼ਾਨਾ, ਭਾਵ ਗੁਣਾਂ ਦਾ ਖਜ਼ਾਨਾ ਪ੍ਰਭੂ ਨੇ ਆਪ ਦਿੱਤਾ ਹੈ। ਤਾਂ ਹੁਣ ਕਈ ਵਾਰ ਇੱਥੇ ਸਾਨੂੰ ਭੁਲੇਖਾ ਪੈ ਜਾਂਦਾ ਹੈ ਕਿ ਰੱਬ ਨੇ ਖਜ਼ਾਨਾ ਦਿੱਤਾ ਹੈ ਤਾਂ ਮੈਨੂੰ ਤਾਂ ਦਿੱਤਾ ਨਹੀਂ, ਇਸ ਕਰਕੇ ਨਹੀਂ ਮਿਲਿਆ। ਇਹਦਾ ਮਤਲਬ ਰੱਬ ਦੋਸ਼ੀ ਹੈ ਕਿ ਉਹਨੇ ਮੈਨੂੰ ਖਜ਼ਾਨਾ ਨਹੀਂ ਦਿੱਤਾ। ਗੱਲ ਇਹ ਨਹੀਂ ਹੈ। ਰੱਬ ਮੇਰੇ ਔਰ ਤੁਹਾਡੇ ਅੰਦਰ ਹੈ। ਸਾਡਾ ਆਪਣਾ ਆਪਾ ਹੈ ਨਾ ਜੋ, ਉਹ ਰੱਬ ਹੀ ਤੇ ਹੈ। ਮਨ ਤੋਂ ਜੋਤ ਸਰੂਪ ਹੈ। ਅਸੀਂ ਕਦੀ ਆਪਣੇ ਅੰਦਰੋਂ ਸੱਚ ਮੰਗਿਆ? ਸਾਡੇ ਅੰਦਰ ਸੱਚ ਤੇ ਭਰਿਆ ਪਿਆ, ਪਰ ਅਸੀਂ ਉਸ ਸੱਚ ਨੂੰ ਕਦੇ ਯੂਜ਼ ਕਰਨਾ ਚਾਹਿਆ ਹੋਵੇ ਤੇ ਸੱਚ ਨੇ ਇਨਕਾਰ ਕੀਤਾ ਹੋਵੇ, ਨਾ ਵੀ ਮੈਂ ਤੇਰੇ ਮੂੰਹ ਤੇ ਨਹੀਂ ਆਉਣਾ। ਕਦੀ ਅਸੀਂ ਪ੍ਰੇਮ ਕਰਨਾ ਚਾਹਿਆ ਹੋਵੇ ਤੇ ਪ੍ਰੇਮ ਕਹੇ ਕਿ ਨਾ ਵੀ ਮੈਂ ਤੇਰੇ ਜੀਵਨ ਵਿੱਚ ਤਾਂ ਨਹੀਂ ਆਣਾ, ਐਸਾ ਨਹੀਂ ਹੈ ਨਾ। ਰੱਬ ਚੀਜ਼ ਉਹ ਦੇਵੇਗਾ ਜਿਹੜੀ ਚੀਜ਼ ਅਸੀਂ ਮੰਗਾਂਗੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹ ਨਹੀਂ ਕਿ ਜਿਹੜਾ ਰੱਬ ਨੂੰ ਪਾਉਂਦਾ ਉਹਨੂੰ ਦਿੰਦਾ ਹੈ। ਦਾਤੇ ਦੇ ਹੱਥਾਂ ਤੇ ਦਾਤਾਂ ਨੇ, ਜਿਸ ਭਾਵੈ, ਜਿਹਨੂੰ ਦਾਤ ਚੰਗੀ ਲੱਗਦੀ ਹੈ ਉਹਨੂੰ ਰੱਬ ਦਾਤ ਦੇ ਦਿੰਦਾ ਹੈ। ਹੁਣ ਸਾਡੇ ਸਾਰਿਆਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਆਦਿਕ ਗੁਣ ਭਰੇ ਪਏ ਨੇ। ਜਿਹਨੂੰ ਪਾਉਂਦਾ ਹੈ ਸੱਚ ਪ੍ਰੇਮ ਦਇਆ, ਉਹ ਇਹਨਾਂ ਨੂੰ ਵਰਤ ਲੈਂਦਾ, ਉਹਨਾਂ ਨੂੰ ਮਿਲ ਜਾਂਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਪ੍ਰਭੂ ਨੇ ਆਪਣੇ ਪਿਆਰਿਆਂ ਨੂੰ ਆਪ ਇਹ ਦਾਤਾਂ ਦਿੱਤੀਆਂ ਨੇ ਕਿਉਂਕਿ ਉਹ ਰੱਬੀ ਰਜਾ ਵਿੱਚ ਤੁਰਦੇ ਨੇ। ਤੇ ਜੋ ਰੱਬੀ ਰਜਾ ਵਿੱਚ ਤੁਰਦਾ ਹੈ ਉਹ ਇਹਨਾਂ ਖਜ਼ਾਨਿਆਂ ਦਾ, ਗੁਣਾਂ ਦਾ ਮਾਲਕ ਬਣ ਜਾਂਦਾ ਹੈ। ਹਰ ਹਰ ਜਨ ਕੈ ਓਟ ਸਤਾਣੀ। ਸਤਾਣੀ ਦਾ ਮਤਲਬ ਤਾਣ ਵਾਲੀ, ਬਲਵਾਨ, ਬਹੁਤ ਤਕੜੀ, ਤਾਕਤਵਰ। ਓਟ ਦਾ ਮਤਲਬ ਆਸਰਾ, ਬਲ ਵਾਲੀ ਓਟ। ਜੋ ਰੱਬ ਦੇ ਪਿਆਰੇ ਭਗਤ ਨੇ ਨਾ, ਪ੍ਰਭੂ ਦਾ ਹੁਕਮ, ਪ੍ਰਭੂ ਦੀ ਰਜਾ, ਰੱਬ ਦੇ ਗੁਣ,
ਉਹਨਾਂ ਵਾਸਤੇ ਤਾਕਤਵਰ ਆਸਰਾ ਹੈ। ਸਭ ਤੋਂ ਤਾਕਤਵਰ ਆਸਰਾ ਕੀ ਹੈ? ਰੱਬ ਦਾ ਹੁਕਮ। ਹੁਣ ਦੇਖੋ, ਜਿਹੜਾ ਵੀ ਕੰਮ ਕਰਨਾ ਹੈ ਉਹ ਸਿਸਟਮ ਦੇ ਅੰਦਰ ਪੂਰਾ ਹੋਣਾ ਹੈ। ਇਹ ਚੀਜ਼ ਪੱਕੀ ਪੱਲੇ ਬੰਨ ਲਓ। ਕੋਈ ਵੀ ਕੰਮ ਸਿਸਟਮ ਦੇ ਅੰਦਰ ਪੂਰਾ ਹੋਣਾ ਹੈ, ਸਿਸਟਮ ਤੋਂ ਬਾਹਰ ਨਹੀਂ। ਤੇ ਰੱਬੀ ਸਿਸਟਮ ਨੂੰ, ਕੁਦਰਤ ਦੇ ਨਿਯਮਾਂ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ। ਇਹਨੂੰ ਬੜੇ ਠਰਮੇ ਨਾਲ ਵਿਚਾਰਨਾ ਹੈ। ਮੰਨ ਲਓ ਕਿ ਮੈਂ ਡਰਾਈਵਿੰਗ ਸਿੱਖਣੀ ਚਾਹੁੰਦਾ ਹਾਂ, ਤਾਂ ਮੈਨੂੰ ਥਿਊਰੀ ਟੈਸਟ ਪਾਸ ਕਰਨਾ ਪੈਣਾ ਨਾ ਇੰਗਲੈਂਡ ਦੇ ਕਾਨੂੰਨਾਂ ਮੁਤਾਬਕ। ਤੇ ਜੇ ਮੈਂ ਕਹਾਂ ਕਿ ਮੈਂ ਕਿਤਾਬ ਨਹੀਂ ਪੜ੍ਹਨੀ, ਮੈਂ ਲੈਪਟਾਪ ਦੇ ਉੱਤੇ ਜਾਂ ਮੋਬਾਈਲ ਦੇ ਉੱਤੇ ਜੋ ਥਿਊਰੀ ਟੈਸਟ ਹੈ ਉਹਦੇ ਵਾਸਤੇ ਮੈਂ ਮਿਹਨਤ ਨਹੀਂ ਕਰਨੀ, ਤੇ ਮੈਂ ਕਿਸੇ ਬਾਬੇ ਨੂੰ 51 ਪਾਉਂਡ ਜਾਂ 500 ਪਾਉਂਡ ਦਿਆਂ ਕਿ ਮੈਨੂੰ ਪਾਸ ਕਰਾ ਦੇ, ਤਾਂ ਕੀ ਮੈਂ ਪਾਸ ਹੋ ਸਕਦਾ? ਬਿਲਕੁਲ ਵੀ ਨਹੀਂ। ਤੇ ਜੇ ਮੈਂ ਕਹਾਂ ਕਿ ਮੈਂ ਲੈਸਨ ਨਹੀਂ ਲੈਣੇ, ਹੁਣ 20 25 30 ਲੈਸਨ ਲੈਣੇ ਪੈਂਦੇ ਨੇ ਨਾ ਇਹਨਾਂ ਦੇਸ਼ਾਂ ਵਿੱਚ, ਤਾਂ ਅਸੀਂ ਡਰਾਈਵਿੰਗ ਪਾਸ ਕਰਨੇ ਆ, ਤੁਹਾਨੂੰ ਪਤਾ ਹੈ। ਤੇ ਜੇ ਮੈਂ ਕਹਾਂ ਵੀ ਮੈਂ ਲੈਸਨ ਨਹੀਂ ਲੈਣੇ, ਨਾ ਮੈਂ ਥਿਊਰੀ ਟੈਸਟ ਪਾਸ ਕਰਨੀ ਹੈ, ਤੇ ਕੋਈ ਜੋਤਸ਼ੀ ਮੈਨੂੰ ਜੁਗਤ ਦੱਸੇ ਵੀ ਇਹ ਕੰਮ ਕਰਨ ਤੋਂ ਬਿਨਾਂ ਮੈਂ ਡਰਾਈਵਰ ਬਣ ਜਾਵਾਂ, ਤਾਂ ਕੀ ਐਸਾ ਹੋ ਸਕਦਾ ਹੈ? ਬਿਲਕੁਲ ਵੀ ਨਹੀਂ ਹੋ ਸਕਦਾ। ਸਿਸਟਮ ਹੈ ਨਾ, ਮੈਨੂੰ ਸਿਸਟਮ ਦੇ ਵਿੱਚੋਂ ਲੰਘਣਾ ਪਵੇਗਾ, ਮੈਨੂੰ ਇਹ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਜੇ ਮੈਂ ਰਿਕੁਆਇਰਮੈਂਟ ਪੂਰੀ ਕਰਾਂਗਾ ਥਿਊਰੀ ਵਾਲੀ ਔਰ ਪ੍ਰੈਕਟੀਕਲੀ, ਤਾਂ ਹੀ ਮੈਂ ਡਰਾਈਵਰ ਬਣ ਪਾਵਾਂਗਾ। ਤਾਂ ਜੋ ਰੱਬ ਦੇ ਪਿਆਰੇ ਨੇ, ਉਹਨਾਂ ਵਾਸਤੇ ਬਹੁਤ ਵੱਡਾ ਤਾਕਤਵਰ ਆਸਰਾ ਹੈ ਕਿ ਸਿਸਟਮ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਇਸ ਲਈ ਉਹ ਰੱਬੀ ਰਜ਼ਾ ਨੂੰ ਫੋਲੋ ਕਰਦੇ ਨੇ, ਕਿਸੇ ਕਰਾਮਾਤ ਵਿੱਚ ਉਹ ਵਿਸ਼ਵਾਸ ਨਹੀਂ ਰੱਖਦੇ। ਉਹਨਾਂ ਨੂੰ ਪਤਾ ਹੈ ਕੋਈ ਬਾਬਾ, ਕੋਈ ਜੋਤਸ਼ੀ, ਕੋਈ ਜੰਤਰ, ਕੋਈ ਮੰਤਰ, ਕੋਈ ਮੱਟੀ ਕਬਰ ਸਿਸਟਮ ਨੂੰ ਨਹੀਂ ਬਦਲ ਸਕਦੀ। ਕੋਈ ਦੇਵੀ ਦੇਵਤਾ ਮੇਰਾ ਸਹਿਯੋਗ ਨਹੀਂ ਕਰ ਸਕਦਾ ਸਿਸਟਮ ਤੋਂ ਉਲਟ। ਸਿਸਟਮ ਦੇ ਅੰਦਰ ਹੀ ਮੈਨੂੰ ਚੱਲਣਾ ਪੈਣਾ ਹੈ। ਇਹ ਉਹਨਾਂ ਦਾ ਸਭ ਤੋਂ ਵੱਡਾ ਤਾਕਤਵਰ। ਔਰ ਇਸ ਰੱਬ ਦੀ ਰਜ਼ਾ ਔਰ ਭਾਣੇ ਨੂੰ ਮੰਨਣ ਵਾਲਿਆਂ ਨੂੰ ਆਰਿਆਂ ਦੇ ਨਾਲ ਚੀਰ ਚੀਰ ਕੇ ਵੇਖ ਲਿਆ, ਲੇਕਿਨ ਉਹਨਾਂ ਨੂੰ ਕੋਈ ਤਾਕਤਵਰ ਬੰਦਾ ਡੁਲਾ ਨਹੀਂ ਸਕਿਆ। 6 ਔਰ 8 ਸਾਲ ਦੇ ਮਾਸੂਮ ਬੱਚੇ, ਸਾਹਿਬ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਹਿੰਦੁਸਤਾਨ ਦੀ ਵੱਡੀ ਤਾਕਤ ਵੀ ਚੁਕਾ ਨਹੀਂ ਸਕੀ, ਕਿਉਂਕਿ ਉਹਨਾਂ ਦੇ ਕੋਲ ਤਾਕਤਵਰ ਆਸਰਾ ਹੈ ਰੱਬ ਦੀ ਰਜ਼ਾ ਦਾ, ਭਾਣੇ ਦਾ। ਅਗਲਾ ਵਚਨ ਕਰਦੇ ਹਨ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਇੱਥੇ ਪ੍ਰਤਾਪ ਦੇ ਪੱਪੇ ਨਾਲ ਹੈ ਸਿਹਾਰੀ, ਜਿਸ ਦਾ ਮਤਲਬ ਪ੍ਰਤਾਪ ਦੇ ਸਦਕਾ, ਪ੍ਰਤਾਪ ਕਰਕੇ। ਜਨ ਅਵਰ ਨਾ ਜਾਣੀ ਦਾ ਮਤਲਬ ਜਿਹੜਾ ਰੱਬ ਦਾ ਪਿਆਰਾ ਹੈ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਦਾ, ਜਾਣਦਾ ਹੀ ਨਹੀਂ ਉਹ। ਹਰ ਪ੍ਰਤਾਪ, ਹਰੀ ਦੇ ਪ੍ਰਤਾਪ ਨਾਲ, ਜਿਹੜਾ ਹਰੀ ਦਾ ਹੁਕਮ ਹੈ, ਰਜ਼ਾ ਹੈ, ਭਾਣਾ ਹੈ, ਰੱਬ ਦੇ ਜੋ ਗੁਣ ਨੇ। ਹੁਣ ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦੇ ਅੰਦਰ ਰੱਬੀ ਗੁਣ ਨੇ, ਉਹ ਰੱਬੀ ਰਜ਼ਾ ਦੇ ਅੰਦਰ ਤੁਰ ਰਹੇ ਨੇ। ਜਨ ਅਵਰ ਨਾ ਜਾਣੀ, ਇਸ ਰਜ਼ਾ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ। ਹੋਰ ਕਿਸੇ ਚੀਜ਼ ਦੀ ਟੁੱਟੀ ਦਵਾਨੀ ਵੀ ਕੀਮਤ ਨਹੀਂ ਉਹਨਾਂ ਦੇ ਮਨ ਅੰਦਰ। ਉਹਨਾਂ ਨੂੰ ਇਸ ਚੀਜ਼ ਬਾਰੇ ਵਿਸ਼ਵਾਸ ਹੈ ਕਿ ਰਜ਼ਾ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ। ਉਹਨਾਂ ਨੂੰ ਇਹ ਵਿਸ਼ਵਾਸ ਹੈ ਕਿ ਜਿੱਥੇ ਗੁਣ ਨੇ ਉੱਥੇ ਅਵਗੁਣ ਆ ਹੀ ਨਹੀਂ ਸਕਦਾ। ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਸੱਚ ਹੈ, ਤੇ ਜਿੱਥੇ ਸੱਚ ਦਾ ਦੀਵਾ ਜਗਦਾ ਹੈ ਉੱਥੇ ਝੂਠ ਕਿਵੇਂ ਆ ਜਾਏਗਾ? ਜਿੱਥੇ ਦਇਆ ਹੈ ਉੱਥੇ ਖੁਦਾਇਆ ਕਿਵੇਂ ਆ ਜਾਏਗੀ? ਜਿੱਥੇ ਵੀਰ ਰਸ ਹੈ ਉੱਥੇ ਕ੍ਰੋਧ ਕਿਵੇਂ ਆ ਜਾਏਗਾ? ਜਿੱਥੇ ਪ੍ਰੇਮ ਹੈ ਉੱਥੇ ਨਫ਼ਰਤ ਕਿਵੇਂ ਆ ਜਾਏਗੀ? ਜਿੱਥੇ ਨਿਰਵੈਰਤਾ ਹੈ ਉੱਥੇ ਵੈਰ ਕਿਵੇਂ ਆ ਜਾਏਗਾ? ਤਾਂ ਰੱਬ ਦੇ ਪਿਆਰਿਆਂ ਨੇ ਰੱਬ ਦੇ ਪ੍ਰਤਾਪ, ਯਾਨੀ ਪ੍ਰਭੂ ਪਰਮਾਤਮਾ ਦੇ ਜੋ ਹੁਕਮ ਰਜ਼ਾ ਹੈ, ਉਹਦੇ ਪ੍ਰਤਾਪ ਕਰਕੇ ਕਿਸੇ ਹੋਰ ਆਸਰੇ ਨੂੰ ਨਹੀਂ ਜਾਣਿਆ। ਉਹਨਾਂ ਨੇ ਹੋਰ ਸਭ ਆਸਰਿਆਂ ਨੂੰ ਠੁਕਰਾ ਦਿੱਤਾ ਹੈ। ਜੰਤਰ ਮੰਤਰ, ਜਿੰਨੇ ਵੀ ਆ ਵਿਖਾਵੇ ਦੀਆਂ ਸਮਾਧੀਆਂ ਨੇ, ਔਰ ਜੋ ਵੀ ਇਹ ਸਾਰਾ ਕੁਛ ਇਸ ਸਿਸਟਮ ਨੂੰ ਉਹਨਾਂ ਨੇ ਇਹ ਸਾਰੇ ਵਹਿਮਾਂ ਭਰਮਾਂ ਨੂੰ ਉਹਨਾਂ ਨੇ ਤਿਆਗ ਦਿੱਤਾ ਹੈ। ਉਹਨਾਂ ਨੂੰ ਜਾਣਦੇ ਨਹੀਂ ਹੈ। ਓਤ ਪੋਤ ਜਨ ਹਰ ਰਸ ਰਾਤੇ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਰੱਬੀ ਹੁਕਮ ਨੂੰ ਸਮਝਣ ਕਰਕੇ, ਰੱਬ ਦੀ ਰਜ਼ਾ ਵਿੱਚ ਤੁਰਨ ਕਰਕੇ। ਓਤ ਪੋਤ ਦਾ ਮਤਲਬ ਹੈ ਤਾਣਾ ਔਰ ਪੇਟਾ। ਤਾਂ ਤਾਣੇ ਪੇਟੇ ਵਾਂਗ ਪੂਰੇ ਤੌਰ ਤੇ ਉਹ ਪ੍ਰਭੂ ਦੇ ਰਸ ਦੇ ਅੰਦਰ ਭਿੱਜੇ ਰਹਿੰਦੇ। ਜਿਹੜੇ ਰੱਬ ਦੇ ਪਿਆਰੇ ਨੇ,
ਤਾਣੇ ਪੇਟੇ ਦੀ ਤਰ੍ਹਾਂ ਪੂਰਨ ਤੌਰ ਤੇ ਹਰ ਰਸ ਦਾ ਮਤਲਬ ਹਰੀ ਦੇ ਰਸ ਦੇ ਅੰਦਰ ਭਿੱਜੇ ਰਹਿੰਦੇ ਨੇ, ਰੱਬੀ ਗੁਣਾਂ ਵਿੱਚ ਲੀਨ ਨੇ। ਉਹਨਾਂ ਦੀ ਸੁਰਤ ਇੱਕ ਪਲ ਵਾਸਤੇ ਵੀ, ਉਹਨਾਂ ਦੀ ਸੁਰਤ ਸੱਚ ਚੋਂ, ਪ੍ਰੇਮ ਚੋਂ, ਦਇਆ ਚੋਂ ਬਾਹਰ ਨਹੀਂ ਹੁੰਦੀ। ਹਰ ਵਕਤ ਉਹ ਇਹਨਾਂ ਗੁਣਾਂ ਦਾ ਆਨੰਦ ਮਾਣਦੀ ਹੈ। ਹਰ ਪਲ ਹਰ ਥਾਂ ਤੇ ਉਹ ਇਹਨਾਂ ਰੱਬੀ ਗੁਣਾਂ ਦਾ ਆਨੰਦ ਮਾਣਦੇ ਨੇ। ਹਰ ਪਲ ਇਹਨਾਂ ਦੇ ਅੰਦਰ ਰੰਗੇ ਹੋਏ ਨੇ। ਤੇ ਦੇਖੋ, ਇਹ ਔਖਾ ਨਹੀਂ ਹੈ, ਸਿਰਫ ਸਾਡੇ ਐਕਸਪਲੇਨ ਕਰਨ ਦੇ ਅੰਦਰ ਪ੍ਰੋਬਲਮ ਆਈ ਹੈ, ਸਮਝਣ ਵਿੱਚ ਪ੍ਰੋਬਲਮ ਆਈ ਹੈ। ਸਾਨੂੰ ਸਮਝਾਇਆ ਗਲਤ ਢੰਗ ਨਾਲ ਗਿਆ ਹੈ ਕਿ ਤੁਸੀਂ ਆ ਥੋੜੇ ਜਿਹੇ ਕਰਮ ਕਾਂਡ ਕਰ ਲਓ, ਪੁੰਨ ਦਾਨ ਕਰ ਲਓ, ਫਿਰ ਤੁਹਾਨੂੰ ਸਵਰਗ ਮਿਲੇਗਾ ਮਰਨ ਤੋਂ ਬਾਅਦ। ਜਿਉਂਦਿਆਂ ਤੁਹਾਡੇ ਪੁੰਨ ਦਾਨ ਦੇ ਸਿਰ ਤੇ ਅਸੀਂ ਸਵਰਗ ਮਾਣਾਂਗੇ, ਤੇ ਮਰਨ ਤੋਂ ਬਾਅਦ ਤੁਸੀਂ ਫਿਰ ਸਵਰਗ ਲੱਭ ਲੈ, ਜੇ ਲੱਭ ਗਿਆ ਤਾਂ। ਸਾਨੂੰ ਗਲਤ ਗਾਈਡ ਕੀਤਾ ਗਿਆ। ਤਾਂ ਐਸੇ ਜ਼ਿੰਦਗੀ ਦੇ ਅੰਦਰ ਦੇਖੋ, ਸਿੰਪਲ ਗੱਲ ਹੈ, ਜੇ ਸਾਡੀ ਮਾਨਸਿਕਤਾ ਵਿੱਚ ਸੱਚ ਹੋਵੇ, ਦਇਆ ਪ੍ਰੇਮ ਹੋਵੇ, ਤਾਂ ਇਹਨਾਂ ਦਾ ਰਸ ਹਮੇਸ਼ਾ ਪੈਦਾ ਰਹੇਗਾ। ਜਦੋਂ ਅਸੀਂ ਇਹਨਾਂ ਗੁਣਾਂ ਨੂੰ ਵਰਤਾਂਗੇ ਤਾਂ ਸਾਡੇ ਜੀਵਨ ਵਿੱਚ ਰਸ ਰਹੇਗਾ। ਤਾਂ ਪ੍ਰਭੂ ਦੇ ਜੋ ਪਿਆਰੇ ਨੇ ਹਰ ਪਲ ਇਸ ਰੱਬੀ ਰੰਗ ਦੇ ਅੰਦਰ ਰੰਗੇ ਰਹਿੰਦੇ ਨੇ। ਗੁਰਦੇਵ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਹਨ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਇੱਥੇ ਸੁਨ ਸਮਾਧ ਨੂੰ ਥੋੜਾ ਜਿਹਾ ਜ਼ਰੂਰ ਸਮਝ ਲੈਣਾ, ਕਿਉਂਕਿ ਯੋਗੀ ਜਨ ਕਹਿੰਦੇ ਨੇ ਕਿ ਸਮਾਧੀ ਲਾਓ, ਸੁਨ ਸਮਾਧੀ, ਜਿਹਨੂੰ ਕਹਿੰਦੇ ਨੇ ਵਿਚਾਰ ਸ਼ੂਨਯ ਹੋਣਾ, ਯਾਨੀ ਜਿੱਥੇ ਤੁਹਾਡੇ ਅੰਦਰ ਕੋਈ ਵਿਚਾਰ ਹੀ ਪੈਦਾ ਨਾ ਹੋਵੇ, ਉਹ ਸਮਾਧੀ। ਇੱਥੇ ਸਮਾਧ ਦੇ ਧੱਦੇ ਨਾਲ ਤਸਿਆਰੀ, ਜਿਸ ਦਾ ਮਤਲਬ ਸਮਾਧੀ ਵਿੱਚ। ਤਾਂ ਹੁਣ ਸੁਨ ਸਮਾਧ ਦਾ ਅਰਥ ਇੱਥੇ ਯੋਗੀਆਂ ਵਾਲਾ ਨਹੀਂ ਹੈ, ਇਹ ਚੀਜ਼ ਜ਼ਰੂਰ ਸਮਝ ਲੈਣਾ। ਇੱਥੇ ਸੁਨ ਦਾ ਮਤਲਬ ਹੈ ਸ਼ੂਨਯ, ਜਿੱਥੇ ਵਿਕਾਰ ਪੈਦਾ ਨਹੀਂ ਹੁੰਦੇ, ਜਿੱਥੇ ਅਵਗੁਣ ਨਹੀਂ ਹੈ, ਉਹਨੂੰ ਕਹਿੰਦੇ ਨੇ ਸੁਨ ਸਮਾਧ, ਮਨ ਦਾ ਟਿਕਾ। ਸੁਨ ਸਮਾਧ ਦਾ ਮਤਲਬ ਜਿੱਥੇ ਕੋਈ ਵਿਕਾਰ ਨਹੀਂ ਪੈਦਾ ਹੁੰਦਾ, ਵਿਕਾਰਾਂ ਦਾ ਫੁਰਨਾ ਨਹੀਂ ਪੈਦਾ ਹੁੰਦਾ, ਸਿਰਫ ਗੁਣ ਪੈਦਾ ਹੋਵੇ ਨੇ। ਤਾਂ ਪ੍ਰਭੂ ਦੇ ਜੋ ਪਿਆਰੇ ਨੇ, ਉਹ ਪ੍ਰਭੂ ਦੇ ਹੁਕਮ ਦੇ ਅੰਦਰ ਮਸਤ ਨੇ, ਉਹਨਾਂ ਦੇ ਮਨ ਦੇ ਅੰਦਰ ਟਿਕਾਵ ਹੈ, ਔਰ ਉਹ ਜਿੱਥੇ ਕੋਈ ਵਿਕਾਰਾਂ ਦਾ ਫੁਰਨਾ ਨਹੀਂ ਫੁਰਦਾ, ਉਸ ਰਸ ਨੂੰ ਮਾਣਦੇ ਨੇ। ਜਿਵੇਂ ਹੁਣ ਅਸੀਂ ਕਲਾਸ ਵਿੱਚ ਸਾਰੇ ਵੀਰ ਭੈਣਾਂ ਬੈਠੇ ਹਾਂ, ਤਾਂ ਇਸ ਵਕਤ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜੇ ਹਾਂ, ਬਾਣੀ ਦੀ ਗੱਲ ਕਰ ਰਹੇ ਹਾਂ, ਤਾਂ ਸਾਡੇ ਮਨ ਦੇ ਅੰਦਰ ਆਨੰਦ ਬਣਿਆ ਹੋਇਆ। ਤੇ ਜੇ ਅਸੀਂ ਸਦਾ ਇਸ ਗੁਣਾਂ ਦੇ ਵਿੱਚ ਜੁੜੇ ਰਹੀਏ ਤਾਂ ਇਹ ਆਨੰਦ ਸਦਾ ਬਣਿਆ ਰਹੇਗਾ। ਪਰ ਜਦੋਂ ਸਾਡੇ ਅੰਦਰ ਈਰਖਾ ਦਵੇਸ਼ ਪੈਦਾ ਹੋਏਗੀ, ਇਹ ਆਨੰਦ ਖਤਮ ਹੋ ਜਾਏਗਾ। ਰੱਬ ਦੇ ਜੋ ਪਿਆਰੇ ਨੇ ਹਮੇਸ਼ਾ ਉੱਥੇ ਟਿਕੇ ਰਹਿੰਦੇ ਨੇ ਜਿੱਥੇ ਕੋਈ ਵਿਕਾਰ ਫੁਰਦਾ ਹੀ ਨਹੀਂ, ਕੇਵਲ ਔਰ ਕੇਵਲ ਗੁਣ ਨੇ। ਇਹ ਸਿੱਖ ਦੀ ਗੁਣਾਂ ਦੇ ਵਿੱਚ ਲੀਨ ਰਹਿਣਾ। ਆਠ ਪਹਿਰ ਜਨ ਜਾਣਦਾ ਹੈ, ਸਾਂਝ ਪਾਉਂਦਾ ਹੈ ਅੱਠੇ ਪਹਿਰ। ਹਰ ਹਰ ਦਾ ਮਤਲਬ ਰੱਬੀ ਗੁਣਾਂ ਦੇ ਨਾਲ। ਜੋ ਰੱਬ ਦਾ ਪਿਆਰਾ ਹੈ, ਅੱਠੇ ਪਹਿਰ ਹਰ ਵਕਤ ਰੱਬੀ ਗੁਣਾਂ ਦੇ ਨਾਲ ਸਾਂਝ ਪਾਉਂਦਾ ਹੈ। ਜਪੈ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਉਹਨੂੰ ਅੱਠੇ ਪਹਿਰ ਪਤਾ ਹੈ ਕਿ ਰੱਬ ਕਣ ਕਣ ਦੇ ਅੰਦਰ ਵਸ ਰਿਹਾ ਹੈ। ਮੇਰੇ ਸਾਹਮਣੇ ਜੋ ਵੀਰ ਭੈਣਾਂ ਨੇ, ਇਹਨਾਂ ਵਿੱਚ ਰੱਬ ਵਸਦਾ ਹੈ। ਉਹ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦਾ ਹੈ। ਉਹ ਅੱਠੇ ਪੈਰ ਰੱਬੀ ਗੁਣਾਂ ਦਾ ਧਾਰਨੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅੱਠੇ ਪੈਰ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਉਹਨੇ ਬੋਲਣਾ ਵੀ ਹੈ, ਰੋਟੀ ਵੀ ਖਾਣੀ ਹੈ, ਸੌਣਾ ਵੀ ਹੈ, ਕੰਮ ਵੀ ਕਰਨਾ ਹੈ, ਜੋਬ ਵੀ ਕਰਨੀ ਹੈ। ਕੋਈ ਟੀਚਰ ਹੈ ਤਾਂ ਉਸਨੇ ਬੱਚਿਆਂ ਨੂੰ ਪੜ੍ਹਾਉਣਾ ਵੀ ਹੈ, ਬੱਚਿਆਂ ਨੇ ਪੜ੍ਹਨਾ ਵੀ ਹੈ। ਤਾਂ ਕੰਮ ਕਰਦਿਆਂ ਹਮੇਸ਼ਾ ਗੁਣਾਂ ਦੇ ਅੰਦਰ ਖਿਆਲ ਰੱਖਣਾ, ਜਾਣਨਾ, ਸਮਝਣਾ, ਰੱਬੀ ਗੁਣਾਂ ਨੂੰ ਵਰਤੋਂ ਵਿੱਚ ਲਿਆਣਾ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਹੜਾ ਵਾਹਿਗੁਰੂ ਦਾ ਭਗਤ ਹੈ ਨਾ, ਪ੍ਰਗਟ ਹੋ ਜਾਂਦਾ ਹੈ, ਉੱਗਾ ਹੋ ਜਾਂਦਾ ਹੈ, ਉਹ ਲੁਕਿਆ ਨਹੀਂ ਰਹਿੰਦਾ। ਪ੍ਰਗਟ ਹੋ ਜਾਂਦਾ ਹੈ, ਲੁਕਿਆ ਨਹੀਂ ਰਹਿੰਦਾ। ਹੁਣ ਦੇਖੋ, ਸਾਡੇ ਅੰਦਰ ਗੁਣ ਨਹੀਂ ਹਨ ਤਾਂ ਸਾਨੂੰ ਆਪ ਦੱਸਣੇ ਪੈਂਦੇ ਨੇ। ਜੀ ਮੈਂ ਸਵੇਰੇ ਉੱਠ ਕੇ ਨਿਤਨੇਮ ਕਰਦਾ ਹਾਂ, 5 ਬਾਣੀਆਂ ਪੜ੍ਹਦਾ ਹਾਂ, ਮੈਂ ਦਾਨ ਪੁੰਨ ਕਰਦਾ ਹਾਂ, ਜਾਂ ਕੁਛ
ਲੇਕਿਨ ਜੋ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਕਿ ਅਸੀਂ ਇਹ ਕਰਦੇ ਹਾਂ ਵੀ ਅਸੀਂ ਹਰ ਨਾਲ ਸਿਰਿਆਂ, ਲੋਕਾਂ ਨੂੰ ਪਤਾ ਹੈ, ਆਟੋਮੈਟਿਕਲੀ ਪ੍ਰਗਟ ਹੋ ਜਾਂਦੇ ਨੇ। ਉਹਨਾਂ ਦੇ ਸੁਭਾਅ ਰਾਹੀਂ ਉਹ ਪ੍ਰਗਟ ਹੁੰਦੇ ਨੇ, ਉਹਨਾਂ ਦੇ ਵਿਹਾਰ ਰਾਹੀਂ ਪ੍ਰਗਟ ਹੁੰਦੇ ਨੇ। ਜਿਹੜਾ ਰੱਬ ਦਾ ਪਿਆਰਾ, ਗੁਣਾਂ ਦਾ ਧਾਰਨੀ, ਰੱਬੀ ਸਿਸਟਮ ਵਿੱਚ ਤੁਰਨ ਵਾਲਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਵਾਲਾ ਜਿਹੜਾ ਗੁਰੂ ਦਾ ਸਿੱਖ ਹੈ, ਉਹਨੂੰ ਦੱਸਣ ਦੀ ਥੋੜਾ ਲੋੜ ਹੈ। ਉਹਦੇ ਵਿਹਾਰ ਦੇ ਵਿੱਚੋਂ ਪ੍ਰਗਟ ਹੋਏਗਾ, ਉਹਦੀ ਨਜ਼ਰ ਚੋਂ ਹਰ ਚੀਜ਼ ਪ੍ਰਗਟ ਹੋਏਗੀ, ਉਹਦੀ ਤੱਕਣੀ ਚੋਂ ਪਤਾ ਲੱਗੇਗਾ, ਉਹਦੇ ਬੋਲਾਂ ਚੋਂ ਪਤਾ ਲੱਗੇਗਾ, ਉਹਦੇ ਵਿਹਾਰ ਚੋਂ ਪਤਾ ਲੱਗੇਗਾ, ਉਹਦੀ ਮੈਂਟੈਲਿਟੀ, ਮਾਨਸਿਕਤਾ ਤੋਂ ਪਤਾ ਲੱਗੇਗਾ ਵੀ ਇਹ ਬੰਦਾ ਚੰਗਾ ਹੈ। ਤੇ ਜੇ ਕੋਈ ਬੰਦਾ ਕਹੀ ਜਾਏ ਮੈਂ ਬਹੁਤ ਚੰਗਾ ਹਾਂ, ਬਹੁਤ ਚੰਗਾ ਹਾਂ, ਤੇ ਜਾਂਦਾ ਹੋਇਆ ਕਿਸੇ ਦੀ ਚੀਜ਼ ਚੋਰੀ ਚੁੱਕ ਕੇ ਲੈ ਜਾਏ, ਤੇ ਫਿਰ ਪ੍ਰੋਬਲਮ ਆ ਗਈ ਨਾ। ਤਾਂ ਰੱਬ ਦੇ ਜਿਹੜੇ ਪਿਆਰੇ ਨੇ ਉਹ ਪ੍ਰਗਟ ਹੋ ਜਾਂਦੇ ਨੇ ਸੰਸਾਰ ਦੇ ਅੰਦਰ। ਉਹਨਾਂ ਦੇ ਸੁਭਾਅ ਤੋਂ, ਉਹਨਾਂ ਦੇ ਗੁਣਾਂ ਤੋਂ ਸਮਝ ਪੈ ਜਾਂਦੀ ਹੈ। ਉਹ ਛਿਪਦੇ ਨਹੀਂ, ਉਹ ਲੁਕੇ ਹੋਏ ਨਹੀਂ ਰਹਿੰਦੇ। ਜਿਹੜਾ ਹੀਰਾ ਹੈ ਹਨੇਰੇ ਵਿੱਚ ਪਿਆ ਹੋਇਆ ਵੀ ਚਮਕਦਾ ਹੈ। ਹਰ ਕੀ ਭਗਤ ਮੁਕਤ ਬਹੁ ਕਰੇ, ਬਹੁਤ ਮਤਲਬ ਬੇਅੰਤ ਨੂੰ। ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ ਵਿਕਾਰਾਂ ਤੋਂ ਖਲਾਸੀ ਦਿਵਾਉਂਦੀ ਹੈ। ਰੱਬ ਦੀ ਜੋ ਭਗਤੀ ਹੈ ਉਹ ਅਨੰਤ ਜੀਵਾਂ ਨੂੰ ਵਿਕਾਰਾਂ ਤੋਂ ਖਲਾਸੀ ਦਿਵਾਉਂਦੀ ਹੈ। ਤੇ ਭਗਤੀ ਕੀ ਹੈ? ਸੰਸਾਰ ਛੱਡ ਕੇ ਚਲੇ ਜਾਣਾ ਭਗਤੀ ਨਹੀਂ, ਮਾਲਾ ਫੇਰਨੀ ਜਾਂ ਸਮਾਧੀਆਂ ਲਾਣੀਆਂ ਭਗਤੀ ਨਹੀਂ। ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰ ਹੋਏ, ਰਿਣ ਗੁਣ ਕੀਤੇ ਭਗਤ ਨਾ ਹੋਏ, ਰੱਬ ਦੇ ਗੁਣਾਂ ਦੇ ਹੀ ਰੱਬ ਦੀ ਭਗਤੀ। ਹੁਕਮ ਗੁਣ ਨੇ, ਰੱਬ ਦੇ ਹੁਕਮ ਦੇ ਵਿੱਚ ਤੁਰਨਾ ਹੈ, ਖਲਾਸੀ ਦਵਾਈ ਹੈ। ਅੱਜ ਵੀ ਉਹ ਖਲਾਸ ਹੋ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਮੁਕਤ ਹੁੰਦੇ ਰਹਿਣਗੇ ਰੱਬੀ ਗੁਣਾਂ ਦੇ ਧਾਰਨੀ ਹੋ ਕੇ। ਨਾਨਕ ਜਨ ਸੰਗ ਕੇਤੇ ਤਰੇ, ਕੇਤੇ ਦਾ ਮਤਲਬ ਕਿੰਨੇ ਹੀ ਅਨੇਕਾਂ ਲੋਕ ਜਿਹੜੇ ਰੱਬ ਦੇ ਪਿਆਰੇ ਨੇ। ਜਨ ਦਾ ਮਤਲਬ ਹੈ ਰੱਬੀ ਰਜਾ ਦੇ ਅੰਦਰ ਤੁਰਨ ਵਾਲੇ ਪਿਆਰਿਆਂ ਦੀ ਸੰਗਤ ਵਿੱਚ ਹੋਰ ਵੀ ਕਈ ਲੋਕ ਤਰ ਜਾਂਦੇ ਨੇ, ਵਿਕਾਰਾਂ ਤੋਂ ਬਚ ਜਾਂਦੇ ਨੇ। ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੋ ਜਿਹੋ ਜੀ ਸੰਗਤ ਦੇ ਅੰਦਰ ਮਿਲਦਾ ਹੈ ਭਾਈ, ਉਹਨੂੰ ਉਹ ਜਿਹਾ ਫਲ ਮਿਲ ਜਾਂਦਾ ਹੈ। ਔਰ ਸੰਗਤ ਦਾ ਅਰਥ ਅਸਰ ਜਿਹੜਾ ਹੈ ਉਹ ਨਿਰਜਿੰਦ ਚੀਜ਼ਾਂ ਵੀ ਕਬੂਲਦੀਆਂ ਨੇ। ਦੇਖੋ, ਜਿਸ ਪੈਲੀ ਦੇ ਅੰਦਰ ਖੇਤੀ ਕੀਤੀ ਜਾਂਦੀ ਨਾ ਫੁੱਲਾਂ ਦੀ, ਉਸ ਮਿੱਟੀ ਦੇ ਅੰਦਰ ਵੀ ਸੁਗੰਧ ਪੈਦਾ ਹੋ ਜਾਂਦੀ ਹੈ, ਕਿਉਂਕਿ ਉੱਥੇ ਫੁੱਲ ਡਿੱਗਦੇ ਨੇ। ਚੁੰਬਕ ਦੇ ਨਜ਼ਦੀਕ ਜਦੋਂ ਲੋਹਾ ਜਾਂਦਾ ਹੈ ਤਾਂ ਉਹ ਸੰਗਤ ਦਾ ਅਸਰ ਕਬੂਲ ਕੇ ਚੁੰਬਕ ਵਾਲੇ ਪਾਸੇ ਖਿੱਚਿਆ ਜਾਂਦਾ ਹੈ। ਚੰਦਨ ਦੀ ਲੱਕੜ ਦੇ ਨਜ਼ਦੀਕ, ਚੰਦਨ ਦੇ ਰੁੱਖ ਦੇ ਨਜ਼ਦੀਕ ਜਿਹੜੇ ਰੁੱਖ ਰਹਿੰਦੇ ਨੇ, ਉਹਨਾਂ ਵਿੱਚ ਵੀ ਸੁਗੰਧ ਆ ਜਾਂਦੀ ਹੈ। ਧੁੱਪ ਦੇ ਅੰਦਰ ਰੱਖਣ ਨਾਲ ਪਾਣੀ ਗਰਮ ਤੇ ਛਾਂ ਵਿੱਚ ਰੱਖਣ ਨਾਲ ਠੰਡਾ ਹੋ ਜਾਂਦਾ, ਯਾਨੀ ਹਾਲਾਤ ਦੇ ਅਸਰ ਨੂੰ ਪਾਣੀ ਵੀ ਕਬੂਲ ਕਰ ਰਿਹਾ ਨਾ, ਤੇ ਬੰਦਾ ਵੀ ਕਬੂਲ ਕਰਦਾ ਹੈ ਸੰਗਤ ਦਾ ਅਸਰ। ਜੇ ਚੰਗੀ ਸੰਗਤ ਹੈ, ਗੁਰਮੁਖਾਂ ਦੀ ਸੰਗਤ ਹੈ, ਚੰਗੇ ਇਨਸਾਨਾਂ ਦੀ ਸੰਗਤ ਹੈ, ਤਾਂ ਹੌਲੇ ਹੌਲੇ ਬੰਦਾ ਚੰਗਾ ਇਨਸਾਨ ਬਣ ਜਾਏਗਾ, ਉਹਦੇ ਅੰਦਰ ਸੰਸਕਾਰ ਪੈਦਾ ਹੋ ਜਾਣਗੇ। ਤੇ ਜੇ ਮਾੜੇ ਲੋਕਾਂ ਦੀ ਸੰਗਤ ਹੈ ਤਾਂ ਹੌਲੇ ਹੌਲੇ ਉਹ ਬੰਦਾ ਉਹਨਾਂ ਵਿਕਾਰਾਂ ਦੇ ਅੰਦਰ ਖਚਤ ਹੋ ਜਾਏਗਾ। ਭਗਤ ਕਬੀਰ ਜੀ ਕਹਿੰਦੇ ਨੇ, ਬਾਸਨ ਕਾਰੋ ਪਰਸੀਏ ਤੋ ਕਛ ਲਾਗੇ ਦਾਗ। ਜੇ ਕਾਲੇ ਭਾਂਡੇ ਨੂੰ ਟੱਚ ਕਰੋਗੇ ਕੋਈ ਨਾ ਕੋਈ ਦਾਗ ਜ਼ਰੂਰ ਲੱਗ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਹੁਕਮ ਰਜਾ ਵਿੱਚ ਚੱਲਣ ਵਾਲੇ ਨੇ, ਉਹਨਾਂ ਦੀ ਸੰਗਤ ਕਰਕੇ ਹੋਰ ਵੀ ਬਹੁਤ ਲੋਕਾਂ ਦਾ ਪਾਰ ਉਤਾਰਾ ਵਿਕਾਰਾਂ ਚੋਂ ਹੁੰਦਾ ਹੈ। ਪਾਰ ਜਾਤ ਇਹ ਹਰ ਕੋ ਨਾਮ, ਇਹਨੂੰ ਇਹੋ ਨਹੀਂ ਪੜਨਾ। ਇਹ ਪਾਰ ਜਾਤ ਇੱਕ ਮਨੌਤ ਹੈ, ਮਿਥ, ਮੈਥੋਲੋਜੀ ਹੈ ਕਿ ਇੰਦਰ ਦੇ ਬਾਗ ਦਾ ਉਹ ਰੁੱਖ ਜੋ ਸਾਰੀਆਂ ਭਾਵਨਾਵਾਂ ਪੂਰੀਆਂ ਕਰਦਾ ਹੈ। ਪਾਰਜਾਤ ਰੁੱਖ ਇੱਕ ਮੰਨਿਆ ਹੈ, ਜਿਹਨੂੰ ਕਲਪ ਵਰਕਸ਼ ਵੀ ਕਹਿੰਦੇ ਨੇ, ਕਿ ਉਹਦੇ ਥੱਲੇ ਬੈਠ ਕੇ ਜੋ ਵੀ ਮੰਗੋ ਉਹ ਚੀਜ਼ਾਂ ਤੁਹਾਨੂੰ ਦੇ ਦਿੰਦਾ ਹੈ। ਬਰਫੀ ਮੰਗੋ, ਲੱਡੂ ਮੰਗੋ, ਪਲੰਗ ਮੰਗੋ, ਪਾਣੀ ਮੰਗੋ, ਧਨ ਮੰਗੋ, ਦੌਲਤ ਮੰਗੋ, ਪਰੀਆਂ ਮੰਗੋ, ਹੂਰਾਂ ਮੰਗੋ,
ਜੋ ਮੰਗੋ ਉਹ ਦੇ ਹੀ ਜਾਂਦਾ, ਉਹਨੂੰ ਪਾਰ ਜਾਤ ਕਹਿੰਦੇ ਨੇ। ਸਿਰਫ ਮੰਨਿਆ ਹੈ, ਗੁਰਬਾਣੀ ਇਹ ਚੀਜ਼ ਨੂੰ ਨਹੀਂ ਮੰਨਦੀ। ਗੁਰੂ ਜੀ ਤਾਂ ਕਹਿੰਦੇ ਨੇ ਜਿਹੜਾ ਇਹ ਪਾਰ ਜਾਤ ਹੈ ਨਾ, ਹਰ ਕੋ ਨਾਮ, ਰੱਬ ਦਾ ਹੁਕਮ ਹੀ ਪਾਰ ਜਾਤ ਹੈ। ਰੱਬ ਦਾ ਹੁਕਮ ਹਰ ਕਾਮਨਾ ਪੂਰੀ ਕਰਨ ਵਾਲਾ ਹੈ। ਰੱਬ ਦੇ ਹੁਕਮ ਵਿੱਚ ਤੁਰੋਗੇ, ਸਿਸਟਮ ਦੇ ਅੰਦਰ ਜੀਵੋਗੇ ਤਾਂ ਕੋਈ ਚੀਜ਼ ਮਿਲੇਗੀ। ਜਿਹੜੀ ਮਰਜ਼ੀ ਪਰ ਮਿਲੇਗੀ ਹੁਕਮ ਵਿੱਚ। ਉਹ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਜੇ ਰਿਕੁਆਇਰਮੈਂਟ ਪੂਰੀ ਨਹੀਂ ਕਰੋਗੇ ਤੇ ਕੋਈ ਪਾਰ ਜਾਤ, ਕੋਈ ਕਾਮ ਤੇ ਨਿਗਾਹ ਤੁਹਾਨੂੰ ਕੁਛ ਦੇਣ ਵਾਲੀ ਨਹੀਂ। ਮੰਨ ਲਓ ਕਿ ਨਿੱਕੀ ਜੀ ਸੁਣਾਨਾ, ਫਿਰ ਸਾਡਾ ਬਣੇਗਾ ਕੀ? ਕਹਾਣੀ ਝੂਠੀ ਹੁੰਦੀ ਹੈ। ਕਹਾਣੀ ਦਾ ਮਤਲਬ ਹੈ ਕਹਾ ਪਲਸ ਨੀ। ਨੀ ਦਾ ਮਤਲਬ ਨਹੀਂ ਹੈ। ਕਹਾ ਦਾ ਮਤਲਬ ਕਿਆ ਹੈ? ਜੋ ਸਿਰਫ ਕਹੀ ਗਈ ਹੈ ਨਹੀਂ। ਕਹਾਣੀ ਝੂਠੀ ਹੁੰਦੀ ਹੈ ਕਿਉਂਕਿ ਉਹ ਕਹਾਣੀ ਤੇ ਕਹਾਣੀ ਸੱਚੀ ਇਸ ਕਰਕੇ ਹੁੰਦੀ ਹੈ ਕਿ ਸੱਚ ਦਾ ਇਸ਼ਾਰਾ ਕਰਦੀ ਹੈ। ਕਹਿੰਦੇ ਨੇ ਕੋਈ ਬੰਦਾ ਜੰਗਲ ਵਿੱਚ ਜਾ ਰਿਹਾ ਸੀ ਤੇ ਉਹਨੂੰ ਪਿਆਸ ਲੱਗੀ, ਬਹੁਤ ਜ਼ਿਆਦਾ ਭੁੱਖ ਲੱਗੀ, ਪਿਆਸ ਲੱਗੀ, ਤੇ ਜਾਂਦਿਆਂ ਜਾਂਦਿਆਂ ਇੱਕ ਰੁੱਖ ਆਇਆ ਬੜਾ ਸੰਘਣਾ। ਇਹਨੇ ਸੋਚਿਆ ਕਿ ਮੈਂ ਇਸ ਰੁੱਖ ਦੇ ਥੱਲੇ ਰੁਕ ਜਾਣਾ ਯਾਰ, ਘੜੀ ਇੱਥੇ ਬਹਿ ਜਾਣਾ। ਉਹ ਰੁੱਖ ਦੇ ਥੱਲੇ ਬੈਠਾ ਤੇ ਬੜੀ ਸੋਹਣੀ ਮਿੱਠੀ ਮਿੱਠੀ ਜਿਹੀ ਸੁਗੰਧ ਸੀ, ਬੜੀ ਅਜੀਬ ਜਿਹੀ ਕਿਸਮ ਦੀ ਠੰਡਕ ਸੀ, ਤੇ ਇਹਨੂੰ ਬਹੁਤ ਸੁੱਖ ਮਿਲਿਆ। ਤੇ ਇਹਨੇ ਸੋਚਿਆ ਕਾਸ਼ ਕਿਤੇ ਮੰਜਾ ਹੁੰਦਾ ਨਾ ਤੇ ਮੈਂ ਇੱਥੇ ਘੜੀ ਆਰਾਮ ਕਰ ਲੈਂਦਾ। ਇਹਨੇ ਸੋਚਿਆ ਸੀ ਹਾਲੀ, ਤੇ ਬਹੁਤ ਚੰਗਾ ਸੁੰਦਰ ਬੈੱਡ ਤੇ ਐਨ ਮਖਮਲੀ ਗਦੇਲੇ ਪੈਦਾ ਹੋ ਗਏ। ਇਹ ਉੱਠ ਕੇ ਮੰਜੇ ਤੇ ਉਸ ਪਲੰਗ ਦੇ ਉੱਤੇ ਬਹਿ ਗਿਆ। ਇਹਨੇ ਸੋਚਿਆ ਯਾਰ ਕਿਤੇ ਪਿਆਸ ਲੱਗੀ, ਪਾਣੀ ਮਿਲ ਜਾਏ ਨਾ। ਤੇ ਪਾਣੀ ਇਹਨੇ ਸੋਚਿਆ ਹੀ ਸੀ ਤੇ ਪਰੀਆਂ ਲੈ ਕੇ ਸ਼ਰਬਤ ਹਾਜ਼ਰ ਹੋ ਗਈ। ਇਹਨੇ ਸੋਚਿਆ ਵੀ ਭੁੱਖ ਲੱਗੀ, ਕਿਤੇ ਰੋਟੀ ਮਿਲ ਜਾਏ। 36 ਕਿਸਮ ਦੇ ਭੋਜਨ ਇਹਦੇ ਸਾਹਮਣੇ ਆ ਗਏ। ਇਹਨੇ ਰੋਟੀਆਂ ਖਾਧੀਆਂ। ਇਹਦੇ ਮਨ ਵਿੱਚ ਵਿਚਾਰ ਆਇਆ ਕਿ ਮੈਂ ਹੁਣ ਘੜੀ ਸੌਂ ਲਵਾਂ, ਘੰਟਾ ਡੇਢ ਸੌਂ ਲਵਾਂ। ਇਹ ਸੁੱਤਾ, ਇਹਨੂੰ ਨੀਂਦ ਆ ਗਈ। ਆਰਾਮ ਕਰਕੇ ਉੱਠਿਆ, ਇਹਦੇ ਮਨ ਦੇ ਅੰਦਰ ਇੱਕੋ ਵਾਰੀ ਵਿਚਾਰ ਆਇਆ, ਯਾਰ ਕਮਾਲ ਦੀ ਗੱਲ ਹੈ ਕਿ ਮੈਂ ਸੋਚਿਆ ਕਿ ਮੈਨੂੰ ਮੰਜਾ ਹੁੰਦਾ ਤੇ ਇੱਥੇ ਪਲੰਗ ਪੈਦਾ ਹੋ ਗਿਆ। ਮੈਂ ਪਾਣੀ ਸੋਚਿਆ ਤੇ ਇੱਥੇ ਸ਼ਰਬਤ ਆ ਗਿਆ। ਮੈਂ ਇੱਥੇ ਭੋਜਨ ਬਾਰੇ ਸੋਚਿਆ, 36 ਕਿਸਮ ਦੇ ਭੋਜਨ ਆ ਗਏ। ਗੱਲ ਕੀ ਹੈ? ਆ ਰੁੱਖ ਵੀ ਅਜੀਬ ਜਿਹਾ ਲੱਗਦਾ ਹੈ। ਇਹਨੇ ਸੋਚਿਆ ਕਿਤੇ ਯਾਰ ਇਹ ਰੁੱਖ ਭੂਤਾਂ ਵਾਲਾ ਨਾ ਹੋਵੇ, ਕਿਤੇ ਭੂਤ ਨਾ ਪ੍ਰਗਟ ਹੋ ਜਾਣ। ਬਸ ਇਹਨੇ ਭੂਤਾਂ ਬਾਰੇ ਸੋਚਿਆ, ਭੂਤ ਪ੍ਰਗਟ ਹੋ ਗਏ, ਨੱਚਣ ਲੱਗ ਗਏ ਦੇ ਸਾਹਮਣੇ। ਤੇ ਇਹਨੇ ਸੋਚਿਆ ਕਿ ਯਾਰ ਇਹ ਤੇ ਵਾਸਤਵ ਚ ਭੂਤਾਂ ਦਾ ਰੁੱਖ ਸੀ, ਭੂਤ ਪ੍ਰਗਟ ਹੋ ਗਏ ਨੇ, ਹੁਣੇ ਮੈਨੂੰ ਮਾਰ ਦੇਣਗੇ। ਉਹਨਾਂ ਨੇ ਗਲਾ ਘੋਟ ਕੇ ਮਾਰ ਦਿੱਤਾ। ਯਾਨੀ ਪਾਰ ਜਾਤ ਇਹ ਕੁਛ ਕਰੇਗਾ ਨਾ, ਸਾਡੀਆਂ ਮੰਗਾਂ ਹੋਛੀਆਂ ਹੋਣਗੀਆਂ। ਤਾਂ ਗੁਰੂ ਜੀ ਕਹਿੰਦੇ ਨੇ ਇਹੋ ਜਿਹਾ ਕੋਈ ਪਾਰ ਜਾਤ ਨਹੀਂ ਜਿਹੜਾ ਤੁਹਾਨੂੰ ਸੁੱਖ ਦੇਵੇ, ਜਿਹੜਾ ਤੁਹਾਨੂੰ ਮੂੰਹ ਮੰਗੇ ਪਦਾਰਥ ਦੇਵੇ। ਪਾਰ ਜਾਤ ਇਹ ਹਰ ਕੋ ਨਾਮ। ਨਾਮ ਦਾ ਮਤਲਬ ਹੁਕਮ, ਰੱਬ ਦਾ ਹੁਕਮ। ਕੁਦਰਤ ਦੇ ਜਿਹੜਾ ਸਿਸਟਮ ਹੈ ਇਹ ਹੀ ਪਾਰ ਜਾਤ ਹੈ। ਇਹ ਤੁਹਾਨੂੰ ਸਭ ਕੁਝ ਦੇ ਸਕਦਾ ਹੈ। ਹੁਕਮ ਤੋਂ ਬਾਹਰ ਕੁਝ ਨਹੀਂ ਮਿਲੇਗਾ। ਕਾਮ ਤੇਨ ਹਰ ਹਰ ਗੁਣ ਗਾਮ। ਹੁਣ ਕਾਮ ਤੇਨ ਗਊ ਹੈ ਨਹੀਂ, ਮੰਨੀ ਗਈ ਹੈ ਕਿ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ, ਹਿਮਾਲੇ ਨੂੰ, ਪਰਬਤ ਨੂੰ ਬਣਾ ਲਿਆ ਮਧਾਣੀ, ਤੇ ਉਹਦੇ ਚਾਰ ਚਫੇਰੇ ਸ਼ੇਸ਼ ਨਾਗ ਦਾ ਜਿਹੜਾ ਸੀ ਨੇਤਰਾ ਪਾ ਲਿਆ। ਤੇ ਇੱਕ ਪਾਸਿਓਂ ਜਿੱਧਰ ਫਨ ਸੀ ਉਧਰੋਂ ਦੇਵਤਿਆਂ ਰਾਖਸ਼ਾਂ ਨੇ ਫੜਿਆ, ਤੇ ਪੂਛ ਵਾਲੇ ਪਾਸੇ ਦੇਵਤੇ ਲੱਗੇ ਤੇ ਉਹਨਾਂ ਮਧਾਣੀ ਤਰ੍ਹਾਂ ਸਮੁੰਦਰ ਨੂੰ ਰਿੜਕਿਆ। ਤੇ ਸਮੁੰਦਰ ਦੇ ਵਿੱਚੋਂ 14 ਰਤਨ ਕੱਢੇ। 14 ਰਤਨ ਸ਼ਰਾਬ ਵੀ ਵਿੱਚ ਹੀ ਸੀ, ਇਹਨੂੰ ਵੀ ਰਤਨ ਹੀ ਮੰਨਿਆ ਜਾਂਦਾ। 14 ਰਤਨ ਤਾਂ ਹੀ ਕਹਿੰਦੇ। ਤੇ ਇਹਨਾਂ ਰਤਨਾਂ ਦੇ ਵਿੱਚ ਹੀ ਇੱਕ ਕਾਮਤੇਨ ਗਾਂ ਵੀ ਨਿਕਲੀ, ਜਿਨ੍ਹਾਂ ਵਿੱਚੋਂ ਕਾਮਤੇਨ ਗਊ ਸੀ। ਤੇ ਕਾਮਤੇਨ ਗਊ ਤੋਂ ਜੋ ਵੀ ਮੰਗੋ ਉਹ ਮਿਲ ਜਾਂਦਾ ਹੈ। ਹੁਣ ਪਹਿਲੀ ਗੱਲ ਤੇ ਦੇਖੋ, ਸਮੁੰਦਰ ਨੂੰ ਕਿਵੇਂ ਰਿੜਕਿਆ ਜਾ ਸਕਦਾ, ਵੇਖ ਲਓ ਤੁਸੀਂ। ਇੱਕ ਮਿਥਿਹਾਸ ਹੈ, ਮੈਥੋਲੋਜੀ ਮੰਨਿਆ ਹੈ ਲੋਕਾਂ ਨੇ। ਪਰ ਗੁਰੂ ਜੀ ਕਹਿੰਦੇ ਨੇ ਇਹੋ ਜਿਹੀ ਕੋਈ ਕਾਮਤੇਨ ਗਊ ਨਹੀਂ ਜਿਹੜੀ ਤੁਹਾਨੂੰ ਮੂੰਹ ਮੰਗੀ ਮੁਰਾਦ ਦੇ ਦੇਵੇ। ਜੇ ਹੋਵੇਗੀ ਵੀ ਤੇ ਇੱਕੋ ਥਾਂ ਤੇ ਹੋਵੇਗੀ, ਇੱਕ ਬੰਦੇ ਦੇ ਉੱਤੇ ਕਬਜ਼ਾ ਹੋ ਜਾਣਾ, ਬਾਕੀ ਕੀ ਕਰਨਗੇ। ਕਾਮ ਤੇਨ ਹਰ ਹਰ ਗੁਣ ਗਾਮ। ਹਰ ਹਰ ਗੁਣ ਗਾਮ ਦਾ ਮਤਲਬ ਗੁਣ ਗਾਉਣੇ, ਰੱਬ ਦੇ ਗੁਣ ਗਾਉਣੇ, ਰੱਬ ਦੇ ਗੁਣਾਂ ਦੇ ਧਾਰਨੀ ਹੋਣਾ। ਜੋ ਰੱਬੀ ਗੁਣ ਨੇ, ਇਹ ਕਾਮ ਤੇਨ ਗਊ ਹੈ, ਹੋਰ ਕੋਈ ਕਾਮ ਤੇਨ ਗਊ ਨਹੀਂ।
ਰੱਬ ਦੇ ਗੁਣ ਤੁਹਾਡੀ ਜ਼ਿੰਦਗੀ ਅੰਦਰ ਸੁਖ ਪੈਦਾ ਕਰ ਸਕਦੇ ਹਨ। ਸੱਚਾਈ, ਦਇਆ, ਧਰਮ, ਧੀਰਜ। ਕਾਮ ਤੇਨ ਗਊ ਨਹੀਂ, ਜੇ ਗਊ ਨੂੰ ਇੱਕ ਦਿਨ ਪੱਠੇ ਨਾ ਪਾਏ ਜਾਂ ਸਭ ਪਾਸਾ ਕੀਤਾ, ਲੱਤ ਮਾਰ ਕੇ ਗੋਡਾ ਵੀ ਬਣ ਸਕਦੀ ਹੈ। ਤਾਂ ਕਾਮ ਤੇਨ ਗਊ ਕੁਛ ਨਹੀਂ ਦੇਵੇਗੀ, ਨਾ ਕਾਮ ਤੇਨ ਗਊ ਹੈ ਕੋਈ। ਕਾਮ ਤੇਨ ਕੀ ਹੈ? ਹਰ ਹਰ ਗੁਣ ਗਾਮ। ਪ੍ਰਭੂ ਦੇ ਗੁਣ ਗਾਉਣੇ ਹੀ ਕਾਮ ਤੇਨ ਹੈ। ਪ੍ਰਭੂ ਦੇ ਗੁਣ ਹੀ ਤੁਹਾਡੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਕਰ ਸਕਦੇ ਹਨ। ਸਭ ਤੇ ਉੱਤਮ ਹਰ ਕੀ ਕਥਾ। ਸਾਰੀਆਂ ਗੱਲਾਂ ਤੋਂ ਚੰਗੀ ਕੀ ਹੈ? ਹਰੀ ਦੀ ਕਥਾ। ਕਥਾ ਦਾ ਮਤਲਬ ਸਿਫਤ ਸਲਾਹ ਦੀ ਗੱਲ ਕਰਨੀ, ਰੱਬ ਦੀ ਸਿਫਤ ਸਲਾਹ ਕਰਨੀ। ਕਥਾ ਦਾ ਮਤਲਬ ਕੇਵਲ ਇੰਨਾ ਨਹੀਂ ਕਿ ਜਿਵੇਂ ਮੈਂ ਸਟੇਜ ਤੇ ਬੈਠ ਕੇ ਕਥਾ ਕਰਨਾ। ਕਥਾ ਇਹ ਹੀ ਨਹੀਂ ਹੁੰਦੀ, ਇਹ ਵੀ ਕਥਾ ਹੈ, ਪਰ ਕਥਾ ਇੰਨੀ ਕੀ ਨਹੀਂ ਹੈ। ਕਥਾ ਦਾ ਮਤਲਬ ਹੈ ਕਥਨ ਕਰਨਾ, ਬੋਲਣਾ, ਰੱਬ ਦੀ ਸਿਫਤ ਸਲਾਹ ਕਰਨੀ। ਜਦੋਂ ਆਪਸ ਵਿੱਚ ਬੋਲੋ, ਗੱਲਬਾਤ ਕਰੋ ਧੀਆਂ ਪੁੱਤਰਾਂ ਨਾਲ, ਭੈਣਾਂ ਭਰਾਵਾਂ ਨਾਲ, ਸਮਾਜ ਦੇ ਨਾਲ, ਤਾਂ ਰੱਬ ਦੇ ਗੁਣਾਂ ਦੀ ਗੱਲ, ਸ਼ੁਭ ਗੁਣਾਂ ਦੀ ਗੱਲ, ਸੱਚ ਦੀ, ਦਇਆ ਦੀ, ਪ੍ਰੇਮ ਦੀ, ਨਿਰਭੈਤਾ ਦੀ, ਨਿਰਵੈਰਤਾ ਦੀ, ਰੱਬੀ ਹੁਕਮ ਦੀ, ਸਿਸਟਮ ਦੀ, ਪਰਉਪਕਾਰ ਦੀ, ਇਨਸਾਨੀਅਤ ਦੀ, ਐਸੀਆਂ ਗੱਲਾਂ ਕਰਨੀਆਂ, ਰੱਬ ਦੀ ਸਿਫਤ ਸਲਾਹ ਕਰਨੀ, ਸਭ ਗੱਲਾਂ ਤੋਂ ਚੰਗੀਆਂ ਨੇ। ਹੋਰ ਜਿਹੜੀਆਂ ਕਥਾ ਕਹਾਣੀਆਂ ਨੇ ਦੇਵੀਆਂ ਦੇਵਤੇ, ਪੀਰਾਂ ਦੀਆਂ, ਮੜੀਆਂ ਦੀਆਂ, ਕਬਰਾਂ ਦੀਆਂ, ਪਰੀਆਂ ਦੀਆਂ, ਉਹਨਾਂ ਕਥਾ ਕਹਾਣੀਆਂ ਚੋਂ ਕੁਝ ਨਿਕਲਣ ਵਾਲਾ ਨਹੀਂ ਹੈ। ਫਲਾਣੇ ਪੀਰ ਤੇ ਜੀ ਦੀਵਾ ਜਗਾਉਣ ਦੇ ਨਾਲ ਉੱਥੇ ਫਲਾਣੇ ਬੰਦੇ ਵੱਲ ਬੱਚੇ ਹੋ ਗਏ, ਸਭ ਬਕਵਾਸਬਾਜ਼ੀ ਹੈ। ਇਹਨਾਂ ਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਹੈ। ਸਭ ਤੋਂ ਉੱਤਮ ਰੱਬ ਦੀਆਂ ਗੱਲਾਂ ਨੇ। ਰੱਬ ਦੀਆਂ ਗੱਲਾਂ ਦਾ ਮਤਲਬ ਰੱਬ ਦੇ ਗੁਣਾਂ ਦੀਆਂ ਗੱਲਾਂ, ਰਜਾ ਦੀ ਗੱਲ ਕਰਨੀ, ਹੁਕਮ ਦੀ ਗੱਲ ਕਰਨੀ, ਸ਼ੁਭ ਗੁਣਾਂ ਦੀ ਗੱਲ ਕਰਨੀ। ਉਹਦੇ ਨਾਲ ਕੀ ਹੋਏਗਾ? ਨਾਮ ਸੁਨਤ ਦਰਦ ਦੁੱਖ ਲੱਥਾ। ਨਾਮ ਦਾ ਮਤਲਬ ਹੁਕਮ, ਰੱਬ ਦੇ ਗੁਣ ਸੁਣਦਿਆਂ ਦੁੱਖ ਔਰ ਦਰਦ ਸਾਰੇ ਲੈ ਜਾਂਦੇ ਨੇ। ਹੁਣ ਜੇ ਸਾਨੂੰ ਇਹ ਚੀਜ਼ ਦੀ ਸਮਝ ਆ ਜਾਏ ਨਾ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਨੇ, ਤੇ ਸਾਨੂੰ ਸਮਝ ਪੈ ਜਾਏਗੀ ਕਿ ਯਾਰ ਅਸੀਂ ਪਰਿਵਾਰ ਦੇ ਅੰਦਰ ਰਹਿੰਦੇ ਹੋਏ ਕੁਝ ਨੇਮ ਨੇ, ਉਹਨਾਂ ਦੀ ਪਾਲਣਾ ਨਹੀਂ ਕਰ ਰਹੇ। ਨੂੰਹ ਸੱਸ ਨੇ, ਜਾਂ ਪਿਓ ਪੁੱਤਰ ਨੇ, ਜਾਂ ਭੈਣ ਭਰਾ ਧੀਆਂ ਪੁੱਤਰ ਨੇ, ਅਸੀਂ ਕਿਸੇ ਸਿਸਟਮ ਨੂੰ ਫੋਲੋ ਨਹੀਂ ਕਰ ਰਹੇ। ਈਰਖਾ ਦਵੇਸ਼ ਸਾਡੇ ਮਨ ਵਿੱਚ ਹੈ, ਇਸ ਕਰਕੇ ਦੁੱਖ ਦਰਦ ਨੇ। ਅਸੀਂ ਸਿਸਟਮ ਵਿੱਚ ਨਹੀਂ ਚੱਲਦੇ। ਤੇ ਜੇ ਸਾਨੂੰ ਇਸ ਚੀਜ਼ ਦੀ ਸਮਝ ਆ ਜਾਏ ਕਿ ਅਸੀਂ ਇੱਕ ਸਿਸਟਮ ਨੂੰ ਫੋਲੋ ਕਰਨ ਲੱਗ ਜਾਵੇ, ਤੇ ਦੁੱਖ ਦਰਦ ਲੈ ਜਾਣਗੇ। ਜੇ ਸਰੀਰ ਕਿਸੇ ਚੀਜ਼ ਕਰਕੇ ਰੋਗੀ ਹੈ, ਜਿਸ ਚੀਜ਼ ਕਰਕੇ ਰੋਗੀ, ਜੇ ਅਸੀਂ ਇਹਨੂੰ ਦੂਰ ਕਰ ਦੇਈਏ ਕਾਰਨ ਨੂੰ, ਤਾਂ ਸਰੀਰ ਅਰੋਗ ਹੋ ਜਾਏਗਾ। ਜਿਹੜੇ ਕਾਰਨ ਕਰਕੇ ਸਾਡੀ ਜ਼ਿੰਦਗੀ ਵਿੱਚ ਦੁੱਖ ਹੈ, ਜੇ ਅਸੀਂ ਉਸ ਕਾਰਨ ਨੂੰ ਦੂਰ ਕਰ ਦਈਏ ਤਾਂ ਸਾਡਾ ਦੁੱਖ ਦੂਰ ਹੋ ਜਾਏਗਾ। ਤਾਂ ਮਨੁੱਖੀ ਜ਼ਿੰਦਗੀ ਦੇ ਅੰਦਰ ਦੁੱਖ ਨੇ ਔਗਣਾ ਕਰਕੇ, ਪਾਪਾਂ ਕਰਕੇ, ਵਿਕਾਰਾਂ ਕਰਕੇ। ਤੇ ਜਦੋਂ ਬੰਦਾ ਹੁਕਮ ਦੀ, ਰਜਾ ਦੀ ਗੱਲ ਸੁਣਦਾ ਹੈ, ਇਹਦੇ ਦਿਮਾਗ ਦੇ ਅੰਦਰ ਗੁਣ ਆਉਂਦੇ ਨੇ, ਤਾਂ ਇਹਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ। ਨਾਮ ਕੀ ਮਹਿਮਾ ਸੰਤ ਰਿਦ ਵਸੈ। ਸੰਤ ਦਾ ਮਤਲਬ ਰੱਬ ਦੇ ਪਿਆਰੇ, ਨਾਮ ਦਾ ਮਤਲਬ ਹੁਕਮ। ਜੋ ਹੁਕਮ ਦੀ ਵਡਿਆਈ ਹੈ ਨਾ, ਉਹ ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਵਸਦੀ ਹੈ, ਸੋਚ ਦੇ ਅੰਦਰ। ਉਹਨਾਂ ਨੂੰ ਸਮਝ ਹੈ ਕਿ ਰੱਬ ਦਾ ਹੁਕਮ ਕਿੰਨਾ ਮਹਾਨ ਹੈ। ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਵਸ ਜਾਂਦਾ ਹੈ, ਉਹ ਸ਼ਾਂਤ ਹੋ ਜਾਂਦੇ ਨੇ। ਸ਼ਾਂਤ, ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਉਹਨਾਂ ਨੂੰ ਨਾਮ ਦੀ ਮਹਿਮਾ ਦਾ ਪਤਾ ਹੈ ਕਿ ਰੱਬੀ ਹੁਕਮ ਦੀ ਕਿੰਨੀ ਵਡਿਆਈ ਹੈ। ਉਹਨਾਂ ਨੂੰ ਸਮਝ ਹੈ ਇਸ ਗੱਲ ਦੀ ਕਿ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪੁਆਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹੂੰ ਮੈਂ ਕਹਿਣਾ ਕੋਏ। ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੈ ਕਿ ਰੱਬ ਦਾ ਹੁਕਮ ਹੀ ਇਸ ਦੁਨੀਆ ਦੇ ਅੰਦਰ ਮਹਾਨ ਹੈ। ਹੁਕਮ ਤੋਂ ਬਾਹਰ ਕੁਛ ਨਹੀਂ ਹੈ। ਹੁਕਮ ਵਿੱਚ ਸੁੱਖ ਦੁੱਖ ਵਡਿਆਈ ਆਦਿਕ ਸਭ ਹੁਕਮ ਦੇ ਅੰਦਰ। ਇਹ ਵਡਿਆਈ ਉਹਨਾਂ ਦੇ ਹਿਰਦੇ ਵਿੱਚ, ਮੈਂਟੈਲਿਟੀ ਵਿੱਚ ਵਸਦੀ ਹੈ। ਉਹਨਾਂ ਨੇ ਇਸ ਮਹਾਨਤਾ ਨੂੰ ਸਮਝਿਆ ਹੈ। ਸੰਤ ਪ੍ਰਤਾਪ ਦੁਰਤ ਸਭ ਨਸੈ। ਦੁਰਤ ਦਾ ਮਤਲਬ ਹੈ ਪਾਪ। ਸੰਤ ਪ੍ਰਤਾਪ ਦਾ ਮਤਲਬ ਜੋ ਗੁਰੂ ਦਾ ਪ੍ਰਤਾਪ ਹੈ, ਪ੍ਰਤਾਪ ਦੇ ਸਦਕਾ। ਸੰਤ ਦਾ ਇੱਥੇ ਅਰਥ ਬਦਲ ਗਿਆ ਹੈ। ਸੰਤ ਦਾ ਇੱਥੇ ਅਰਥ ਹੈ ਗੁਰੂ। ਪ੍ਰਤਾਪ ਦੇ ਪੱਪੇ ਨਾਲ ਸਿਹਾਰੀ ਹੈ, ਪ੍ਰਤਾਪ ਨਾਲ। ਗੁਰੂ ਦੇ ਪ੍ਰਤਾਪ ਰਾਹੀਂ ਸਾਰੇ ਪਾਪ ਦੂਰ ਹੋ ਜਾਂਦੇ ਹਨ
ਤੇ ਗੁਰੂ ਨੇ ਸਾਨੂੰ ਦੇਣੀ ਹੈ ਜੀਵਨ ਦੀ ਜੁਗਤ। ਗੁਰੂ ਨੇ ਸਾਨੂੰ ਦੇਣਾ ਹੈ ਵੇ ਆਫ ਲਾਈਫ। ਗੁਰੂ ਨੇ ਸਾਨੂੰ ਦੇਣਾ ਹੈ ਵਿਜ਼ਨ, ਗਿਆਨ, ਜਿਸ ਗਿਆਨ ਦੇ ਸਦਕਾ ਸਾਡੀ ਜ਼ਿੰਦਗੀ ਚੋਂ ਸਾਰੇ ਪਾਪ ਨਸ ਜਾਣਗੇ। ਔਰ ਹਕੀਕਤ ਹੈ ਸਾਡੀ ਆਪਣੀ ਜ਼ਿੰਦਗੀ, ਪਰਿਵਾਰਕ ਜ਼ਿੰਦਗੀ ਔਰ ਇਸ ਸਮਾਜ ਔਰ ਸੰਸਾਰ ਪਾਪਾਂ ਤੋਂ ਮੁਕਤ ਹੋ ਸਕਦਾ ਹੈ ਜੇ ਗੁਰੂ ਗਿਆਨ ਨੂੰ ਅਪਣਾਇਆ ਜਾਏ। ਸੰਤ ਕਾ ਸੰਗ ਵਡ ਭਾਗੀ ਪਾਈਐ। ਗੁਰੂ ਦੀ ਜੋ ਸੰਗਤ ਹੈ ਵੱਡੇ ਭਾਗਾਂ ਨਾਲ ਮਿਲਦੀ ਹੈ। ਯਾਨੀ ਉਹ ਵੱਡੇ ਭਾਗਾਂ ਵਾਲੇ ਨੇ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਵੱਡ ਭਾਗੀ ਮਿਲ ਸੰਗਤ ਪਾਵੇਂ, ਭਾਗਹੀਣ ਪਰਮ ਚੋਟਾਂ ਖਾਵੇਂ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਵੇ। ਹੁਣ ਵੱਡ ਭਾਗ ਕਿਹਨਾਂ ਦੇ ਨੇ? ਜਿਹੜੇ ਉਦਮ ਕਰਨਗੇ। ਗੁਰੂ ਦੀ ਸੰਗਤ ਕਿਵੇਂ ਮਿਲੇਗੀ? ਉਦਮ ਕਰੋਗੇ ਤਾਂ ਹੈ ਨਾ। ਹੁਣ ਦੇਖੋ 2:15 ਤੋਂ 3:15 ਤੱਕ ਅਸੀਂ ਕਲਾਸ ਲਗਾ ਰਹੇ ਹਾਂ ਤੇ ਪ੍ਰਬੰਧਕ ਵੀਰਾਂ ਨੇ, ਜਿਵੇਂ ਤੁਸੀਂ ਸਾਰੀਆਂ ਸੰਗਤਾਂ ਨੇ ਮਿਲ ਕੇ ਉਦਮ ਕੀਤਾ ਹੈ ਤਾਂ ਇਹ ਕਲਾਸ ਚੱਲ ਰਹੀ ਹੈ। ਪਰ ਇਹਦੇ ਵਿੱਚ ਹੁਣ ਮਿਲਣਗੇ ਤੇ ਉਹ ਨਾ ਜਿਹੜੇ ਉਦਮ ਕਰਨਗੇ। ਤੇ ਜੇ ਕੋਈ ਜ਼ੂਮ ਐਪ ਹੀ ਡਾਊਨਲੋਡ ਕਰਨ ਦਾ ਉਦਮ ਨਾ ਜਾਂ ਆਪਣਾ ਟੈਲੀਵਿਜ਼ਨ ਛੱਡ ਕੇ ਘੜੀ ਲੈਪਟਾਪ 'ਚ ਸ਼ਾਮਲ ਨਹੀਂ ਹੋ ਪਾਏਗਾ। ਹੈ ਗੁਰਦੁਆਰਾ ਸਾਹਿਬ ਉਦਮ ਬੰਦਾ ਕਰ ਲੈਂਦਾ, ਪਰ ਗੁਰਦੁਆਰਾ ਸਾਹਿਬ ਜਾਣ ਦਾ ਉਦਮ ਨਹੀਂ ਕਰਦਾ ਤਾਂ ਕਿਵੇਂ? ਘਰ ਦੇ ਅੰਦਰ ਗੁਟਕਾ ਹੈ, ਲੇਕਿਨ ਗੁਟਕਾ ਫੜ ਕੇ ਪਾਠ ਕਰਨ ਲਈ ਉਦਮ ਤੇ ਕਰਨਾ ਪਵੇਗਾ। ਤੁਹਾਡੇ ਫੋਨ ਦੇ ਵਿੱਚ ਗੁਰਬਾਣੀ ਦੀਆਂ ਐਪਸ ਨੇ, ਹੁਣ ਐਪ ਖੋਲਣ ਲਈ ਉਦਮ ਤੇ ਕਰਨਾ ਪਵੇਗਾ। ਗੁਰਬਾਣੀ ਦਾ ਪਾਠ ਕਰਨ ਲਈ ਉਦਮ ਤੇ ਕਰਨਾ ਪਵੇਗਾ ਨਾ, ਬਿਨਾਂ ਉਦਮ ਤੋਂ ਤੇ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੀ ਜੋ ਸ਼ਰਨ ਹੈ, ਗੁਰੂ ਦੀ ਜੋ ਸੰਗਤ ਹੈ, ਉਦਮ ਦੇ ਨਾਲ ਪਾਈ ਜਾਂਦੀ ਹੈ। ਵਡਭਾਗ ਨੇ ਉਹਨਾਂ ਦੇ ਜੋ ਗੁਰੂ ਦੀ ਸੰਗਤ ਵਿੱਚ ਮਿਲਦੇ ਨੇ। ਸੰਤ ਕੀ ਸੇਵਾ ਨਾਮ ਧਿਆਈਐ। ਇੱਥੇ ਸੰਤ ਦਾ ਮਤਲਬ ਹੈ ਗੁਰੂ, ਸੇਵਾ ਦਾ ਮਤਲਬ ਹੈ ਹੁਕਮ ਵਿੱਚ ਤੁਰਨਾ, ਨਾਮ ਦਾ ਮਤਲਬ ਹੈ ਹੁਕਮ, ਧਿਆਈਏ ਦਾ ਮਤਲਬ ਧਿਆਨ ਧਰੀ ਦਾ ਹੈ। ਤਾਂ ਗੁਰੂ ਦੀ ਸੇਵਾ ਕੀਤਿਆਂ ਪ੍ਰਭੂ ਦੇ ਹੁਕਮ ਵਿੱਚ ਧਿਆਨ ਟਿਕ ਜਾਂਦਾ ਹੈ। ਗੁਰੂ ਦੇ ਦੱਸੇ ਗਿਆਨ ਰਾਹੀਂ ਬੰਦੇ ਨੂੰ ਹੁਕਮ ਦੀ ਸੂਝ ਪੈਂਦੀ ਹੈ ਔਰ ਉਹ ਹੁਕਮ ਦੇ ਵਿੱਚ ਆਪਣਾ ਧਿਆਨ ਜੋੜਦਾ ਹੈ, ਰੱਬੀ ਗੁਣਾਂ ਨੂੰ ਗਾਉਂਦਾ ਹੈ, ਰੱਬੀ ਗੁਣਾਂ ਦਾ ਧਿਆਨ ਧਰਦਾ ਹੈ। ਆਪਣੇ ਧਿਆਨ ਵਿੱਚ ਆਪਣੀ ਮਾਨਸਿਕਤਾ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾ ਲੈਂਦਾ। ਕਿਵੇਂ? ਗੁਰੂ ਦੀ ਸੇਵਾ ਕਰਕੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀ ਹੈ? ਦੇਖੋ, ਬਾਹਰੀ ਤੌਰ ਤੇ ਅਸੀਂ ਸੇਵਾ ਕਰ ਰਹੇ ਹਾਂ, ਸੁਖਾਸਨ, ਪ੍ਰਕਾਸ਼, ਸਾਂਝ ਸੰਭਾਲ, ਜਿੰਨੀ ਵੀ ਸੇਵਾ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਹੀ ਹੈ ਨਾ, ਕਰਨੀ ਚਾਹੀਦੀ ਹੈ, ਅਸੀਂ ਕਰ ਰਹੇ ਹਾਂ। ਪਰ ਗੁਰੂ ਦੀ ਅਸਲੀ ਸੇਵਾ ਹੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ। ਤੇ ਜੇ ਅਸੀਂ ਗੁਰਬਾਣੀ ਦਾ ਘਰ ਵਿੱਚ ਕੋਈ ਗੁਟਕਾ ਵੀ ਨਹੀਂ, ਕੋਈ ਪੋਥੀ ਨਹੀਂ, ਜਾਂ ਅਸੀਂ ਐਪ ਡਾਊਨਲੋਡ ਕਰਕੇ ਐਪ ਰਾਹੀਂ ਵੀ ਗੁਰਬਾਣੀ ਨਹੀਂ ਪੜ੍ਹ ਰਹੇ, ਜਾਂ ਉਹਨੂੰ ਸਮਝ ਨਹੀਂ ਰਹੇ, ਅਰਥ ਭਾਵ ਨਹੀਂ ਸਮਝ ਰਹੇ, ਤਾਂ ਬਾਤ ਨਹੀਂ ਨਾ ਬਣੇਗੀ। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰ ਕੇ ਗੁਰੂ ਗਿਆਨ ਰਾਹੀਂ ਬੰਦਾ ਨਾਮ ਦੇ ਨਾਲ ਜੁੜਦਾ ਹੈ, ਰੱਬ ਦੇ ਗੁਣ ਗਾਉਂਦਾ ਹੈ। ਨਾਮ ਤੁਲ ਕਛ ਅਵਰ ਨਾ ਹੋਏ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਦੇ ਬਰਾਬਰ ਹੋਰ ਕੋਈ ਸ਼ੈ ਨਹੀਂ ਹੈ। ਨਾਮ ਦਾ ਮਤਲਬ ਹੁਕਮ, ਹੁਕਮ ਦੇ ਬਰਾਬਰ ਹੋਰ ਕੋਈ ਸ਼ੈ ਨਹੀਂ। ਦੁਨੀਆ ਦਾ ਕੋਈ ਜੰਤਰ ਮੰਤਰ, ਕੋਈ ਕਰਮ ਕਾਂਡ ਕੀ ਹੁਕਮ ਨੂੰ ਬਦਲ ਸਕਦਾ ਹੈ? ਜੇ ਕੋਈ ਕਹੇ ਕਿ ਮੈਂ 68 ਤੀਰਥਾਂ ਤੇ ਇਸ਼ਨਾਨ ਕਰ ਲਵਾਂਗਾ ਤੇ 68 ਤੀਰਥਾਂ ਤੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਸੂਰਜ ਨੂੰ ਧਰਤੀ ਦੇ ਚਫੇਰੇ ਘੁਮਾ ਦਿਆਂਗਾ, ਕੀ ਐਵੇਂ ਘੁੰਮ ਸਕਦਾ ਸੂਰਜ? ਮੈਂ ਸ਼ਨੀ ਗ੍ਰਹਿ ਨੂੰ ਧਰਤੀ ਤੋਂ ਥੱਲੇ ਜਾਂ ਉੱਤੇ ਜਾਂ ਆਸੇ ਪਾਸੇ ਕਰ ਦਿਆਂਗਾ, ਕੀ ਕਰ ਲਵੇਗਾ? ਕਿਉਂਕਿ ਹੁਕਮ ਤੋਂ ਉੱਤੇ ਕੁਝ ਹੈ ਹੀ ਨਹੀਂ ਹੈ। ਨਾਮ ਤੋਲ ਕਛ ਅਵਰ ਨਾ ਹੋਏ। ਨਾਮ ਦਾ ਮਤਲਬ ਹੁਕਮ, ਹੁਕਮ ਦੇ ਬਰਾਬਰ ਕੁਝ ਨਹੀਂ ਹੈ, ਹੁਕਮ ਤੋਂ ਉੱਤੇ ਕੁਝ ਨਹੀਂ ਹੈ। ਸਿਸਟਮ ਨੂੰ ਕੋਈ ਸ਼ੈ ਨਹੀਂ ਬਦਲ ਸਕਦੀ, ਸਿਸਟਮ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਗੁਰਮੁਖ ਦਾ ਮਤਲਬ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ, ਗੁਰੂ ਦੇ ਸਨਮੁਖ ਹੋ ਕੇ। ਨਾਮ ਦਾ ਮਤਲਬ ਹੁਕਮ, ਪਾਵੇ ਦਾ ਮਤਲਬ ਪਾਉਂਦਾ ਹੈ, ਜੀਵਨ ਜੀਂਦਾ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ
ਕੋਈ ਵਿਰਲਾ ਮਨੁੱਖ ਇਹ ਨਾਮ ਹੁਕਮ ਦੀ ਦਾਤ ਲੱਭਦਾ ਹੈ, ਭਾਵ ਕਿ ਹੁਕਮ ਦੇ ਅੰਦਰ ਤੁਰਦਾ ਹੈ। ਇਹਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏਗਾ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਅਰਥ ਭਾਵਾਂ ਨੂੰ ਵਿਚਾਰੇਗਾ, ਉਹਨਾਂ ਨੂੰ ਸਮਝ ਆਏਗੀ ਕਿ ਪੂਰਾ ਸੰਸਾਰ ਇੱਕ ਸਿਸਟਮ, ਇੱਕ ਹੁਕਮ ਦੇ ਅੰਦਰ ਕੰਮ ਕਰ ਰਿਹਾ ਹੈ ਤੇ ਹੁਕਮ ਦੇ ਅੰਦਰ ਜ਼ਿੰਦਗੀ ਜੀ ਕੇ ਹੀ ਮੈਂ ਜੀਵਨ ਅੰਦਰ ਖੁਸ਼ੀ, ਆਨੰਦ, ਪ੍ਰਸੰਨਤਾ, ਖੇੜਾ, ਵਿਗਾਸਤਾ ਹਾਸਲ ਕਰ ਸਕਦਾ ਹਾਂ। ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਸਾਨੂੰ ਇਹ ਦਾਤ ਮਿਲਦੀ ਹੈ। ਕੋਈ ਵਿਰਲੇ ਲੋਕ ਨੇ ਜੋ ਇਹਨੂੰ ਪਾਉਂਦੇ ਨੇ ਤੇ ਉਹਨਾਂ ਵਿਰਲਿਆਂ ਵਿੱਚ ਮੈਂ ਵੀ ਹੋ ਸਕਣਾ, ਤੁਸੀਂ ਵੀ ਹੋ ਸਕਦੇ ਹੋ, ਅਸੀਂ ਸਾਰੇ ਹੋ ਸਕਦੇ ਹਾਂ। ਜੋ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਲਵੇਗਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇਗਾ, ਉਹ ਬੰਦਾ ਹੁਕਮ ਬਾਰੇ ਜਾਣਕਾਰੀ ਹਾਸਲ ਕਰਕੇ ਹੁਕਮ ਵਿੱਚ ਜ਼ਿੰਦਗੀ ਜੀ ਕੇ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਹਾਸਲ ਕਰ ਲਵੇਗਾ। ਤਾਂ ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ ਹਾਂ। ਅੱਜ ਜੋ ਅਸੀਂ ਵਿਚਾਰ ਕੀਤੀ ਹੈ 3 ਪਦਿਆਂ ਦੀ, ਇਹਦੇ ਵਿੱਚ ਆਪ ਕਿਸੇ ਵੀਰ ਦਾ, ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕੋਈ ਆਪਣਾ ਵਿਚਾਰ ਦੇਣਾ ਚਾਹੇ ਤਾਂ ਵਿਚਾਰ ਦੇ ਸਕਦੇ ਹੋ। ਫੇਸਬੁੱਕ ਦੇ ਉੱਤੇ ਜੋ ਮੇਰੇ ਵੀਰ ਭੈਣਾਂ ਸੁਣ ਰਹੇ ਨੇ ਉਹਨਾਂ ਦੇ ਵੀ ਮੈਂ ਧੰਨਵਾਦ ਕਰਦਾ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ, ਬਹੁਤ ਬਹੁਤ ਹਮੇਸ਼ਾ ਦੀ ਤਰ੍ਹਾਂ। ਤੇ ਅਸੀਂ ਅੱਜ ਸਾਰਿਆਂ ਨੇ 3 ਪਦਿਆਂ ਦੀ ਜਿਹੜੀ ਕਥਾ ਸੁਣ ਲਈ ਹੈ ਜੀ, ਤੇ ਆਪਣੇ ਆਪਣੇ ਵਿਚਾਰ ਜਿਹਨੇ ਦੇਣੇ ਆ ਉਹ ਅਨਮਿਊਟ ਹੁਣੇ ਹੋ ਜਾਓ ਤਾਂ ਕਿ ਗਿਆਨੀ ਜੀ ਸਾਡੇ ਨਾਲ ਹੀ ਆ, ਤਾਂ ਕਿ ਉਹ ਕੋਈ ਵੀ ਵਿਚਾਰ ਤੁਹਾਡੇ ਜਾਂ ਸਵਾਲ ਉਹਨਾਂ ਦਾ ਜਵਾਬ ਦੇ ਸਕਣ। ਤੇ ਜ਼ਿਆਦਾ ਚਿਰ ਉਡੀਕ ਨਾ ਕਰਿਆ ਕਰੋ ਜੀ। ਜਸਵੀਰ ਕੌਰ ਜੀ, ਤੁਸੀਂ ਅਨਮਿਊਟ ਹੋਏ ਮੈਂ ਇਹ ਕਹਿਣਾ ਸੀ ਕਿ ਅੱਜ ਫ੍ਰੀਜ਼ ਕਾਫੀ ਹੋਈ ਆ, ਆਵਾਜ਼ ਵੀ ਤੇ ਪਿਕਚਰ ਵੀ। ਅੱਛਾ ਜੀ, ਹੋਰਨਾਂ ਨੂੰ ਵੀ ਸ਼ਾਇਦ ਆਈ ਹੋਵੇ ਪ੍ਰੋਬਲਮ, ਤਾਂ ਜੇ ਆਈ ਹੈ ਤਾਂ ਦੱਸ ਦਿਓ ਜੀ। ਮੈਨੂੰ ਵੀ ਬਹੁਤ ਆਈ ਹੈ ਪ੍ਰੋਬਲਮ ਹੈ ਸੀ ਅੱਜ, ਬਹੁਤ ਆਈ ਹੈ ਜੀ। ਅੱਛਾ ਜੀ, ਜ਼ਿਆਦਾ ਹੀ ਸੀ ਅੱਜ। ਅੱਛਾ ਜੀ, ਹਾਂਜੀ ਆਈ ਸੀ। ਇਹਦਾ ਫਿਰ ਹੱਲ ਦੇਖਦੇ ਹਾਂ ਜੀ, ਕੀ ਕਰ ਸਕਦੇ ਹਾਂ। ਸੋਮਵਾਰ ਨੂੰ ਅਸੀਂ ਜਦੋਂ ਮੁੜ ਕੇ ਆਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਕੰਪਿਊਟਰ ਦੇ ਨਾਲ ਚੱਲਣ ਦੀ, ਜਸਟ ਇਨ ਕੇਸ। ਮੈਨੂੰ ਵੀ ਆਈ ਹੈ ਭਾਜੀ। ਅੱਛਾ ਜੀ, ਠੀਕ ਹੈ ਜੀ। ਹੋ ਸਕਦਾ ਕਿਉਂਕਿ ਗਿਆਨੀ ਜੀ ਲਾਸਟ ਟਾਈਮ ਵੀ ਤੁਹਾਨੂੰ ਪੁੱਛਿਆ ਸੀਗਾ, ਤੁਹਾਡਾ ਜਿਹੜੇ ਸਿਗਨਲ ਜਿਹੜੇ ਹੈਗੇ ਆ ਉਹ ਤਾਂ ਕਾਫੀ ਸਟਰੋਂਗ ਹੈ ਨਾ ਜੀ। ਸਿਗਨਲ ਤਾਂ ਪੂਰੇ ਦਿਨ ਦੀ 5 ਦੇ 5 ਹੀ ਆ ਰਹੇ ਨੇ, ਪਰ ਹੋ ਸਕਦਾ ਹੈ ਕਿ ਮਤਲਬ ਇਹ ਇੰਟਰਨੈਟ ਦੀ ਪ੍ਰੋਬਲਮ ਮੇਰੇ ਕੋਲ ਆ ਜਾਂਦੀ ਹੋਵੇ, ਪਰ ਸਿਗਨਲ ਇੱਥੇ ਉਹ ਡੰਡੀਆਂ 5 ਦੀਆਂ 5 ਦੇ ਇਸ ਟਾਈਮ ਹੈ। ਹੁਣ ਵੀ ਤੁਸੀਂ ਗੱਲ ਕੀਤੀ ਆ ਨਾ ਜੀ, ਉਹਦੇ ਵਿੱਚ ਵੀ ਥੋੜਾ ਜਿਹਾ ਜਿੱਦਾਂ ਅਟਕਾ ਕੇ ਥੋੜੀ ਜਿਹੀ ਗੱਲ ਲੱਗੀ ਪਤਾ। ਇਦਾਂ ਹੀ ਪਹਿਲਾਂ ਵੀ ਆਉਂਦੀ ਹੈ ਆਵਾਜ਼ ਜਦੋਂ ਆਉਂਦੀ ਸੀ ਨਾ, ਉੱਥੋਂ ਸਿਗਨਲ ਜਿੱਥੇ ਗਿਆਨੀ ਜੀ ਦਾ ਨਾਮ ਆਉਂਦਾ ਉਹ ਰੈੱਡ ਹੋ ਜਾਂਦੇ ਸੀ ਸਾਰੀਆਂ ਡੰਡੀਆਂ, ਸੋ ਦੈਟ ਮੀਨਸ ਉੱਥੇ ਪ੍ਰੋਬਲਮ ਆਉਂਦੀ ਸੀ ਇੰਟਰਨੈਟ ਤੇ। ਹੋ ਸਕਦਾ ਮੇਰੇ ਵਿੱਚ ਇੱਥੇ ਪ੍ਰੋਬਲਮ ਆਈ ਹੋਵੇ, ਕਾਫੀ ਆਈ ਹੈ। ਹਾਂ, ਅੱਛਾ, ਇਸ ਏਰੀਆ ਜਿਹੜਾ ਹੰਸਲੋ ਏਰੀਆ ਹੈ ਜੀ, ਇੱਥੇ ਥੋੜੀ ਜਿਹੀ ਸਿਗਨਲ ਦੀ ਪ੍ਰੋਬਲਮ ਸਾਰਿਆਂ ਦੀ ਹੈ। ਅੱਛਾ ਜੀ, ਉਹ ਮੈਨੂੰ ਨਾ ਪਹਿਲਾਂ ਵੀ ਮੈਂ ਇੱਕ ਸਿਮ ਲਈ ਸੀ, ਉਹਦੇ ਵਿੱਚ ਸੀ, ਫਿਰ ਉਹ ਸਿਮ ਬਦਲੀ ਦੁਬਾਰਾ। ਇੱਥੇ ਗੁਰਦੁਆਰੇ ਸਾਹਿਬ ਦਾ ਪ੍ਰੋਗਰਾਮ ਸੀ, ਕੋਈ ਥੋੜੀ ਪ੍ਰੋਬਲਮ ਹੈ ਏਰੀਆ ਦੇ ਵਿੱਚ, ਥੋੜੀ ਜਿਹੀ ਪ੍ਰੋਬਲਮ ਹੈ। ਹੋ ਸਕਦਾ ਹੈ ਕਿ ਇਹਦੇ ਕਰਕੇ ਹੋਵੇ। ਹੋ ਸਕਦਾ ਇਹਨਾਂ ਦੇ ਟਾਵਰ ਜਿਹੜੇ ਆ ਮਤਲਬ ਇੰਨੇ ਨਾ ਹੋਣ ਜਾਂ ਲਾਗੇ ਨਾ ਹੋਣ ਜਿੱਥੇ ਤੁਸੀਂ ਹੈਗੇ ਆ, ਉਹਨਾਂ ਦੇ ਕਰਕੇ ਉਹ 에어ਪੋਰਟ ਏਰੀਆ, ਇਸ ਕਰਕੇ ਇੱਥੇ ਨਾ ਥੋੜੀ ਜਿਹੀ ਪ੍ਰੋਬਲਮ ਹੈ, ਪਤਾ ਨਹੀਂ ਕੀ ਚੱਕਰ। ਠੀਕ ਹੈ ਜੀ, ਫੇਰ ਵੀ ਅਸੀਂ ਟਰਾਈ ਕਰਾਂਗੇ ਮੰਡੇ ਨੂੰ ਜਦੋਂ ਵਾਪਸ ਆਵਾਂਗੇ, ਤੇ ਕੋਸ਼ਿਸ਼ ਕਰਾਂਗੇ ਕਿਸੇ ਹੋਰ ਤਰ੍ਹਾਂ ਤਰੀਕੇ ਦੇ ਨਾਲ ਕਰਨ ਦੀ, ਤੇ ਜੇ ਸ਼ਾਇਦ ਐਲੀਮੀਨੇਟ ਹੋ ਜਾਵੇ ਤਾਂ ਠੀਕ। ਹਾਂਜੀ, ਜੇ ਵਾਈਫਾਈ ਨਾਲ ਕਨੈਕਟ ਕਰਕੇ ਚਲਾਈ ਜਾਵੇ ਨਾ ਜੀ, ਚੰਗਾ ਰਹਿੰਦਾ। ਗੱਲ ਤੁਹਾਡੀ ਸਹੀ ਹੈ ਜੀ। ਮੇਰਾ ਖਿਆਲ ਗਿਆਨੀ ਜੀ, ਮੇਰਾ ਖਿਆਲ ਥੋੜੀ ਪ੍ਰੋਬਲਮ ਹੈ ਨਾ ਜੀ ਵਾਈਫਾਈ ਦੀ। ਵਾਈਫਾਈ ਦੇ ਵਿੱਚ ਵੀ ਉਹ ਆਉਂਦੀ ਹੈ ਪ੍ਰੋਬਲਮ ਇੱਥੇ। ਮੇਰਾ ਬਾਬਾ ਜੀ ਏਦਾਂ ਕਰੋ, ਇੱਕ ਵਾਰੀ ਐਪ ਨੂੰ ਬਿਲਕੁਲ ਡਿਲੀਟ ਕਰਕੇ ਸਾਰੀ ਦੁਬਾਰਾ ਇੰਸਟਾਲ ਕਰ ਦਿਓ, ਉਹਨੇ ਚੱਲ ਪੈਣਾ। ਕਿਹੜੀ ਐਪ ਨੂੰ? ਕਿਹੜੀ ਐਪ? ਇਹ ਜਿਹੜੀ ਇਹ ਜ਼ੂਮ ਐਪ ਆ, ਇਹਨੂੰ ਡਿਲੀਟ ਕਰਕੇ ਦੁਬਾਰਾ ਇੰਸਟਾਲ ਕਰ ਦਿਓ। ਕਈ ਵਾਰੀ ਕੀ ਹੁੰਦੀ ਆ, ਐਪ ਡਾਟਾ ਇਕੱਠਾ ਕਰੀ ਜਾਂਦੀ ਆ, ਜਿੱਦਾਂ ਗੂਗਲ ਹੋ ਗਈ ਜਾਂ ਕੋਈ ਵੀ ਹੋ ਗਈ ਨਾ, ਕਈ ਐਪਾਂ ਡਾਟਾ ਇਕੱਠਾ ਕਰ ਲੈਂਦੀਆਂ ਅੰਦਰ। ਉਹਨੂੰ ਇੱਕ ਵਾਰੀ ਤੁਸੀਂ ਡਿਲੀਟ ਕਰਕੇ ਦੁਬਾਰਾ ਰੀਫਰੈਸ਼ ਕਰ ਦਿਓ। ਇਹ ਮੇਰੇ ਨਾਲ ਏਦਾਂ ਹੀ ਹੋਈ ਆ, ਮੈਂ ਡਿਲੀਟ ਕਰਕੇ ਐਪ ਦੁਬਾਰਾ ਇੰਸਟਾਲ ਕੀਤੀ ਆ, ਹੁਣ ਮੈਨੂੰ ਕੋਈ ਤੰਗੀ ਨਹੀਂ। ਹੁਣ ਮੈਂ 10-12 ਦਿਨ ਤੰਗ ਰਿਹਾ ਵਿੱਚ। ਠੀਕ ਹੈ ਜੀ, ਆਪਾਂ ਤੰਗੀ ਨਹੀਂ ਕੱਟਣੀ। ਮੈਂ ਵੀ ਵੀਕਐਂਡ ਤੇ ਮੈਂ ਵੀ ਡਿਲੀਟ ਕਰ ਦੇਣੀ ਜੀ, ਹੁਣ ਥੋੜੀ ਜਿਹੀ ਰੈਸਟ ਦੇ ਲਈਏ।
ਰੀਫਰੈਸ਼ ਕਰਕੇ ਤਾਂ ਸ਼ੁਰੂ ਹੋ ਜਾਏ ਨਾ ਇੰਸਟਾਲ ਦੁਬਾਰਾ ਨਵਾਂ। ਸੋਮਵਾਰ ਨੂੰ ਮੈਂ ਉਹ ਚੱਲਦੀ ਸੋਮਵਾਰ ਰਹਿੰਦੀ। ਸਵੇਰ ਨੂੰ ਮੈਂ ਕਰੂੰਗਾ ਇਹਨਾਂ ਮੁੜ ਕੇ ਰੀਇੰਸਟਾਲ। ਸਾਰੇ ਡਿਲੀਟ ਕਰਕੇ ਬਾਬਾ ਜੀ ਇੱਕ 2 ਨੈਟਵਰਕ ਇਕੱਠੇ ਯੂਜ਼ ਕਰਦੇ ਆ, ਉਹਦਾ ਫਰਕ ਵੀ ਹੋ ਸਕਦਾ ਕਿ ਉੱਥੇ ਫੇਸਬੁੱਕ ਵੀ ਚਲਾਈ ਹੋਈ ਹੈ ਤੇ YouTube ਜ਼ੂਮ ਐਪ ਵੀ ਆ। ਇਹ ਗੱਲ ਤੁਹਾਡੀ ਵਿਰਕ ਸਾਹਿਬ ਤੁਹਾਡੀ ਗੱਲ ਸਹੀ ਹੋ ਸਕਦੀ ਹੈ ਜੀ, ਇਹ ਪੋਸੀਬਿਲਿਟੀ ਆ ਵੀ ਸਿਗਨਲ ਸ਼ਾਇਦ ਬੰਦ ਹੋ ਜਾਂਦਾ ਕਰਕੇ ਤਾਂ ਉਹਦੇ ਨਾਲ ਵੈਸੇ ਤਾਂ ਫਰਕ ਨਹੀਂ ਪੈਣਾ ਚਾਹੀਦਾ, ਪਰ ਇਹ ਵੀ ਗੱਲ ਤੁਹਾਡੀ ਸਹੀ ਆ ਕਿ ਜੇ ਵਾਈਫਾਈ ਦੇ ਨਾਲ ਹੋਵੇ ਤਾਂ ਉਹਦਾ ਜਿਹੜਾ ਵਾਈਫਾਈ ਸਿਗਨਲ ਹੈ ਨਾ ਜੀ ਉਹ ਥੋੜਾ ਜਿਹਾ ਬਹੁਤ ਸਟਰੋਂਗ ਹੁੰਦਾ। ਹਾਂਜੀ ਹਾਂਜੀ ਤੇ ਪੋਸੀਬਿਲਿਟੀ ਹੈ। ਚਲੋ ਹਾਂ ਟਰਾਈ ਕਰਕੇ ਦੇਖਾਂਗੇ ਜਿੱਦਾਂ ਤੁਸੀਂ ਸੁਜੈਸਟ ਕੋਈ ਕੀਤਾ। ਨਾ ਸੋਮਵਾਰ ਨੂੰ ਫੇਸਬੁੱਕ ਨਹੀਂ ਚਲਾਵਾਂਗੇ, ਉਹ ਬੰਦ ਕਰਕੇ ਦੇਖ ਲਾਂਗੇ ਇੱਕ ਦਿਨ ਹਾਂ ਇਦਾਂ ਕਰਕੇ ਦੇਖ ਲਵਾਂ, ਇੱਕ ਦਿਨ ਬੰਦ ਕਰਕੇ ਦੇਖ ਲਵਾਂਗੇ ਜੀ। ਤੇ ਜੇ ਦਿੱਕਤ ਨਾ ਆਈ ਤਾਂ ਇਹਦਾ ਮਤਲਬ ਥੋੜੀ ਬਹੁਤੀ ਉਧਰ ਵੀ ਪ੍ਰੋਬਲਮ ਸੀਗੀ, ਥੋੜਾ ਸ਼ੇਅਰ ਹੋ ਜਾਂਦਾ ਜਿੱਦਾਂ ਮਤਲਬ। ਹੁਣ ਇੱਕ ਪ੍ਰੋਬਲਮ ਹੋਰ ਆ, ਬਾਬਾ ਜੀ ਇਕੱਲੇ ਹੁੰਦੇ ਆ, ਬਾਬਾ ਜੀ ਦੇ ਕੋਲ ਉੱਥੇ ਕੋਈ ਚਾਹੀਦਾ ਜਿਹੜਾ ਉਹਨੂੰ ਜਿਹੜਾ ਸੈਟਿੰਗ ਕਰਦੇ ਆ ਜਾਂ ਫੇਸਬੁੱਕ ਚਲਾਉਣ ਵਾਸਤੇ ਕੋਈ ਨਾ ਕੋਈ ਬੰਦਾ ਉੱਥੇ ਚਾਹੀਦਾ ਹੁੰਦਾ। ਵਿਰਕ ਸਾਹਿਬ ਵੀਕਐਂਡ ਤੇ ਆ ਜਾਓ, ਫਿਰ ਆਪਾਂ ਕਰ ਲੈਣੇ ਐਡਜਸਟਮੈਂਟ। ਮੈਂ ਤੇ ਬਾਬਾ ਜੀ ਹੁਣ ਆ ਜਾਵਾਂ, ਮੈਂ ਹਲੇ ਆ ਨਹੀਂ ਸਕਦਾ। ਤੁਸੀਂ ਤਾਂ ਹਮੇਸ਼ਾ ਆਪਣੇ ਲੋਰੀ ਦੇ ਵਿੱਚੇ ਰਹਿੰਦੇ, ਮਾੜਾ ਜਿਹਾ ਸਿਗਨਲ ਘੁਮਾ ਲਓ ਇੱਧਰ ਨੂੰ ਤੁਸੀਂ ਆਪਣਾ। ਟਾਈਮ ਹੀ ਹੋ ਜਾ, ਮੇਰਾ ਹੁਣ ਸਵੇਰ ਦਾ ਟਾਈਮ ਹੁੰਦਾ ਜੀ, ਤੁਹਾਡਾ ਦੁਪਹਿਰ ਦਾ ਟਾਈਮ ਆ। ਯਾਰ ਮੈਂ ਹੀ ਤੁਹਾਡੇ ਕੋਲ ਅਮਰੀਕਾ ਆ ਜਾਣਾ ਸੀ, ਮੈਨੂੰ ਇਹ ਵੀ ਤੁਸੀਂ ਇੱਥੇ ਸਾਡੇ ਕੋਲ ਆ ਜਾਓ, ਫਿਰ ਬੱਲੇ ਬੱਲੇ ਕੋਈ ਚੱਕਰ ਹੀ ਨਹੀਂ। ਹਾਂ ਠੀਕ ਹੈ ਜੀ, ਬੱਲੇ ਬੱਲੇ ਕਰਵਾ ਦੇਣੀ, ਠੀਕ ਹੈ। ਮੈਨੂੰ ਤੁਸੀਂ ਅਮਰੀਕਾ ਵਾਲਿਆਂ ਨੇ ਡਿਪੋਰਟ ਕਰਤਾ, ਮੈਂ ਹੀ ਆ ਜਾਣਾ ਸੀ। ਆਹ ਦੇਖ ਲਾ ਜੀ ਵੀ ਹੁਣ ਵਿਰਕ ਸਾਹਿਬ ਹੁਣ ਗਾਹਾਂ ਨੂੰ ਏਦਾਂ ਦੀ ਗੱਲ ਨਹੀਂ ਅਸੀਂ ਸੁਣਨੀ ਜਿੱਦਾਂ ਗਿਆਨੀ ਕਹਿ ਰਹੇ ਆ। ਉਹ ਟਰੰਪ ਨੂੰ ਚੇਂਜ ਕਰ ਦੇਣਾ ਹੁਣ। ਠੀਕ ਹੈ ਜੀ, ਚਲੋ ਇਹ ਜਿਹੜਾ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਆਪਾਂ ਜੇ ਕਿਸੇ ਨੇ ਹਾਂਜੀ ਜੇ ਕਿਸੇ ਨੇ ਸਵਾਲ ਪੁੱਛਣਾ ਜੀ ਅੱਜ ਜਾਂ ਕੋਈ ਆਪਣਾ ਮਸ਼ਵਰਾ ਹੋਰ ਦੇਣਾ ਹੈ ਜਾਂ ਕਿੱਦਾਂ ਵਿਚਾਰ ਦੇਣੇ ਆ ਤੇ ਉਹ ਤੁਸੀਂ ਕਰ ਲਓ। ਹਾਂਜੀ ਮੈਂ ਪੁੱਛਣਾ ਸੀਗਾ ਕਿ ਕੱਲ ਸਾਡੀ ਕਲਾਸ ਹੈ ਨਾ, ਸ਼ਨੀਵਾਰ ਵਾਲੇ ਵੀਰ ਭੈਣਾਂ ਨੇ ਉਹ ਸੇਮ ਟਾਈਮ 2:15 ਤੋਂ 3:15 ਤੇ ਜਿਹੜਾ ਪਿਛਲੀ ਵਾਰੀ ਮੈਂ ਤੁਹਾਨੂੰ ਕੋਡ ਭੇਜਿਆ ਸੀ ਉਹ ਰਹੇਗਾ, ਔਰ 2:15 ਤੋਂ 3:15 ਕੱਲ ਨੂੰ ਸੈਸ਼ਨ ਆਣਾ ਹੈ, ਉਹ ਆ ਸਕਦੇ ਹੋ। ਠੀਕ ਹੈ ਜੀ, ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣੀ ਕਲਾਸ ਦੇ ਵਿੱਚ ਜਿੰਨੇ ਵੀ ਆਪਣੇ ਸਰੋਤੇ ਇਸ ਵੇਲੇ ਹੈਗੇ ਉਹਨਾਂ ਨੂੰ ਦੱਸ ਦਈਏ ਵੀ ਜਿਹੜੀ ਕੱਲ ਨੂੰ ਆ ਉਹ ਕਲਾਸ ਗਿਆਨੀ ਜੀ ਲਾ ਰਹੇ ਆ ਤੇ ਉਹਨਾਂ ਦਾ ਜਿਹੜਾ ਜ਼ੂਮ ਨੰਬਰ ਆ ਉਹ ਸੇਮ ਨਹੀਂ ਹੈਗਾ, ਉਹ ਡਿਫਰੈਂਟ ਆ। ਉਹਦਾ ਨੰਬਰ ਜੇ ਲਿਖਣਾ ਕਿਸੇ ਨੇ ਤਾਂ ਹੁਣ ਲਿਖ ਸਕਦੇ ਆ, ਬਾਕੀਆਂ ਨੂੰ ਤਾਂ ਵੈਸੇ ਪਤਾ ਵੀ ਹੈਗਾ। ਤੇ ਉਹ ਨੰਬਰ ਹੈਗਾ ਜੀ 685 893 7560 685 893 ਤੇ 7560 ਤੇ ਇਹ ਤੁਸੀਂ ਜ਼ੂਮ ਕਲਾਸ ਦੇ ਵਿੱਚ ਜੁਆਇਨ ਕਰ ਸਕਦੇ ਆ। ਇਹ ਡਿਫਰੈਂਟ ਨੰਬਰ ਆ ਜਿਹੜਾ ਤੁਹਾਡੀ ਅੱਜ ਦੀ ਕਲਾਸ ਦੇ ਵਿੱਚ ਹੈਗਾ ਸੀਗਾ, ਉਹਦੇ ਨਾਲੋਂ ਡਿਫਰੈਂਟ ਆ। ਤੇ ਕੱਲ ਨੂੰ ਤੁਸੀਂ ਜੇ ਜੁਆਇਨ ਕਰਨਾ ਹੋਵੇ ਤਾਂ ਸੇਮ ਟਾਈਮ ਤੇ ਜੁਆਇਨ ਕਰ ਸਕਦੇ ਆ। ਤੇ ਬਾਕੀ ਜਿਹੜੇ ਸਰੋਤੇ ਆ ਉਹ ਸੋਮਵਾਰ ਨੂੰ 2 ਵਜੇ ਮੁੜ ਕੇ ਆ ਜਾਇਓ ਜੀ। ਨੰਬਰ ਇੱਕ ਵਾਰੀ ਹੋਰ ਦੱਸੋਗੇ ਨੰਬਰ? ਹੁਣੇ ਦੱਸ ਦਿੰਨੇ ਜੀ। ਇੱਕ ਇਹ ਹੈਗਾ ਜੀ 685 893 7560। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਜੀ। ਤੇ ਬਾਕੀ ਜਿਹੜੇ ਸਰੋਤੇ ਹੋਣਗੇ ਜੀ ਉਹ ਸਾਰੇ ਜਣੇ ਆਪਾਂ ਮੁੜ ਕੇ 2 ਵਜੇ ਸੋਮਵਾਰ ਨੂੰ ਐਸੇ ਪਲੇਟਫਾਰਮ ਤੇ ਆਵਾਂਗੇ ਜੀ। ਤੇ ਆਪਾਂ ਛੁੱਟੀਆਂ ਲੈ ਲਈਏ ਇੱਕ ਦੂਜੇ ਤੋਂ ਹੁਣ, ਤੇ ਖੁਸ਼ੀ ਜਾਓ ਤੇ ਖੁਸ਼ੀ ਮੁੜ ਕੇ ਸੋਮਵਾਰ ਨੂੰ ਆਓ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।